ਪ੍ਰਗਟ ਸਿੰਘ ਮੇਰੇ ਨਾਲ ਨੇ। ਗੱਲਬਾਤ ਅੱਜ ਕਰਾਂਗੇ। ਉਸੇ ਗਰਾਊਂਡ ਤੋਂ ਸ਼ੁਰੂਆਤ ਹੋਵੇਗੀ ਜਿੱਥੋਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉੱਥੋਂ ਹੀ ਸ਼ੁਰੂਆਤ ਅੱਜ ਕਰਕੇ ਜੋ ਅੱਜ ਮੁਕਾਮ ਤੇ ਖੜੇ ਨੇ, ਸਾਰੀ ਗੱਲਬਾਤ ਡਿਟੇਲ ਦੇ ਵਿੱਚ ਕਰਾਂਗੇ। ਪ੍ਰਗਟ ਸਿੰਘ ਨਾਲ ਨੇ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਮਨਦੀਪ ਜੀ। ਸ਼ੁਰੂਆਤ ਜਿਵੇਂ ਮੈਂ ਕਿਹਾ ਕਿ ਇਸੇ ਗਰਾਊਂਡ ਤੋਂ ਜਿੱਥੋਂ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਹੋਈ, ਅੱਜ ਇਸੇ ਗਰਾਊਂਡ ਤੇ ਆ ਕੇ ਜਦੋਂ ਇਸ ਮੁਕਾਮ ਤੇ ਖੜੇ ਹੋ, ਕੀ ਸੋਚਦੇ ਹੋ? ਉਹੀ ਪਹਿਲੇ ਵਾਲਾ ਪ੍ਰਗਟ ਸਿੰਘ ਕਿ ਜਾਂ ਅੱਜ ਸਿਆਸਤਦਾਨ ਹੈ? ਨਹੀਂ, ਦੇਖੋ ਜਿਹੜੀਆਂ ਹੈਬਿਟਸ ਆ ਨਾ, ਉਹ ਕਿਸੇ ਵੀ ਚੀਜ਼ 'ਚੋਂ ਜਦੋਂ ਤੁਹਾਨੂੰ ਮਿਲਦੀਆਂ ਤਾਂ ਉਹ ਮੈਨੂੰ ਐ ਲੱਗਦਾ ਵੀ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਤੇ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਜਿਸ ਵੀ ਫੀਲਡ ਦੇ ਵਿੱਚ ਹੋਵੋ ਉਹਨੂੰ ਉਸ ਤਰ੍ਹਾਂ ਹੀ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਇੱਕ ਬੇਸਿਕਲੀ ਹਿਊਮਨ ਸਾਈਕੀ ਆ ਔਰ ਅੱਜ ਵੀ ਉਹੀ ਥਾਟ ਪ੍ਰੋਸੈਸ ਹੈਗਾ ਕਿਉਂਕਿ ਇਸ ਪਿੰਡ ਤੋਂ ਸ਼ੁਰੂਆਤ ਕਰਕੇ, ਕਿਉਂਕਿ ਨਾਰਮਲ ਜਿਹਾ ਘਰ। ਵੈਸੇ ਮਨਦੀਪ, ਮੈਂ ਹਜੇ ਵੀ ਕਦੀ ਨਾ ਜਿਹੜੇ ਮੇਰੇ ਕਲਾਸ ਫੈਲੋ ਆ, ਮੈਂ ਉਹਨਾਂ ਨੂੰ ਹਜੇ ਵੀ ਕਦੀ ਇਕੱਠਿਆਂ ਕਰ ਲੈਣਾ ਹੁੰਦਾ ਕਿਉਂਕਿ 12-13 ਹਜੇ ਹੈਗੇ ਆ। ਕੁਛ ਕੁ ਤਾਂ ਬਾਹਰ ਬੂਰ ਚਲੇ ਗਏ, ਪਰ ਉਹ ਟਾਟ ਤੇ ਬਹਿ ਕੇ, ਉਹ ਬੋਰੀਆਂ ਤੇ ਬਹਿ ਕੇ, ਉਹ ਸਮਾਂ ਜਦੋਂ ਬੇਸਿਕਲੀ ਮੈਨੂੰ ਲੱਗਦਾ ਕੁਛ ਵੀ ਨਹੀਂ ਹੁੰਦਾ ਸੀਗਾ ਤੇ ਉਹ ਸਮਾਂ ਮੈਨੂੰ ਹਮੇਸ਼ਾ ਯਾਦ ਵੀ ਰਹਿੰਦਾ। ਤੇ ਜਿੱਥੇ ਜਾ ਕੇ ਜੋ ਵੀ ਤੁਸੀਂ ਸਮਾਜ ਲਈ ਕਰ ਸਕਦੇ ਆ, ਮੈਂ ਨਹੀਂ ਕਹਿੰਦਾ ਕਿ ਆਪਾਂ ਬਹੁਤ ਜ਼ਿਆਦਾ, ਕਿਉਂਕਿ ਇਹ ਸਾਰਿਆਂ ਦਾ ਸਾਂਝਾ ਪੰਜਾਬ ਹੈ, ਕਿਸੇ ਦਾ ਇਕੱਲੇ ਦਾ ਨਹੀਂ ਹੈਗਾ। ਜੇ ਇਹਨੂੰ ਅਸੀਂ ਉਸ ਰਿਸਪੌਂਸਿਬਿਲਟੀ ਨਾਲ ਲਵਾਂਗੇ ਤਾਂ ਇਹਨੂੰ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਲੀ ਤੋਰਿਆ ਜਾ ਸਕਦਾ। ਕਿਉਂਕਿ ਮੈਨੂੰ ਤਾਂ ਬੀਇੰਗ ਏ ਸਪੋਰਟਸਮੈਨ ਔਰ ਹਾਕੀ ਖਿਡਾਰੀ, ਕਿਉਂਕਿ ਖਿਡਾਰੀ ਨੇ ਇੱਕ ਦੂਸਰੇ ਨੂੰ ਬਾਲ ਲੈਣਾ ਵੀ ਹੁੰਦਾ ਤੇ ਦੇਣਾ ਵੀ ਹੁੰਦਾ। ਅੱਛਾ, ਇਹੀ ਸਮਾਜ ਹੈ ਕਿਉਂਕਿ ਸਮਾਜ ਦੇ ਵਿੱਚ ਅਸੀਂ, ਜੇ ਮੈਂ ਕਿਸੇ ਪ੍ਰਤੀ ਚੰਗਾ ਰਹੂੰਗਾ ਤੇ ਕੋਈ ਮੇਰੇ ਪ੍ਰਤੀ ਚੰਗਾ ਰਹੂਗਾ। ਅੱਛਾ, ਇਹ ਸਿੱਖਿਆ ਇੱਥੋਂ ਆ ਕਿਉਂਕਿ ਜੇ ਮੈਂ ਦੂਸਰੇ ਪਲੇਅਰ ਨੂੰ ਬਾਲ ਚੰਗਾ ਦੇਵਾਂ, ਉਹ ਵੀ ਮੈਨੂੰ ਚੰਗਾ ਦਊਗਾ। ਉਹਨੂੰ ਫਸਿਆ ਹੋਇਆ ਬਾਲ ਨਾ ਦਿਓ ਤਾਂ ਕਿ ਔਖੇ ਵੇਲੇ ਉਹਦੇ ਤੇ ਨਾ ਸਿੱਟ ਦਿਓ। ਔਖੇ ਵੇਲੇ ਉਹਦੇ ਤੇ ਨਾ ਸਿੱਟ ਦਿਓ। ਅੱਛਾ, ਸਿਮਿਲਰਲੀ ਸਮਾਜ ਦੇ ਵਿੱਚ ਵੀ ਅੱਛਾ ਸੇਮ ਕੰਮ ਕਰੋਗੇ ਤੇ ਉਹ ਜਿਹੜੀ ਸਪਿਰਿਟ ਆ, ਕਿਉਂਕਿ ਟੀਮਾਂ ਜਿੱਤਦੀਆਂ, ਸਮਾਜ ਜਿੱਤੂਗਾ ਜੇ ਸਮਾਜ ਇਸ ਤਰ੍ਹਾਂ ਸੋਚੂਗਾ। ਕਿਉਂਕਿ ਜੇ ਅਸੀਂ ਕਹੀਏ ਵੀ ਤਾਏ ਨੇ ਸੱਜੇ ਪਾਸੇ ਨੂੰ ਤਾਂ ਚਾਚੇ ਨੇ ਖੱਬੇ ਪਾਸੇ ਨੂੰ, ਉਹ ਪੋਲੀਟੀਕਲ ਪਾਰਟੀਆਂ ਕੋਈ ਆ ਜਾਣ, ਸਰਕਾਰ ਕੋਈ ਆ ਜਾਵੇ, ਲੇਕਿਨ ਸਮਾਜ ਨੇ ਜਿੱਤਣਾ ਨਹੀਂ ਹੈ। ਅੱਛਾ, ਮੈਂ ਜਿਵੇਂ ਦੇਖ ਰਿਹਾ ਕਿ ਸਵੇਰੇ ਆ ਕੇ ਤੁਸੀਂ ਜੋਗਿੰਗ ਕੀਤੀ ਆ, ਬੱਚਿਆਂ ਨੂੰ ਸਮਝਾਇਆ, ਇਹ ਰੋਜ਼ ਦੀ ਰੂਟੀਨ ਆ ਤੁਹਾਡੀ? ਮੈਂ ਜਦੋਂ ਵੀ ਇੱਥੇ ਹੋਵਾਂ, ਮੈਂ ਕਿਉਂਕਿ PAP ਕਹਿ ਲਓ ਮੇਰੀ ਉਹ ਵੀ ਕਰਮ ਭੂਮੀ ਆ। ਮੈਂ ਹਫਤੇ 'ਚ 1-2 ਦਿਨ ਇੱਥੇ, 1-2 ਦਿਨ PAP, ਤੇ ਜਦੋਂ ਚੰਡੀਗੜ੍ਹ ਹੋਵਾਂ ਤੇ ਚੰਡੀਗੜ੍ਹ। ਉਦੋਂ ਤਾਂ ਚਲੋ ਮੇਰੀ ਸਵੇਰ ਵਾਲੇ ਤੁਸੀਂ ਇਹ ਮਾਹੌਲ ਨਹੀਂ ਮਿਸ ਕਰਦੇ? ਨਹੀਂ, ਸਵੇਰ ਵਾਲਾ ਮੈਂ ਘੰਟਾ, ਸਵਾ ਘੰਟਾ, 1.5 ਘੰਟਾ ਉਹ ਨਹੀਂ ਮੈਂ ਮਿਸ ਕਰਦਾ। ਅੱਛਾ, ਇੱਕ ਗੱਲ ਇਹ ਵੀ ਹੈ ਕਿ ਇਸੇ ਗਰਾਊਂਡ ਤੋਂ ਉੱਠ ਕੇ ਅੱਜ ਓਲੰਪਿਕ ਖੇਡਣ ਗਏ ਨੇ ਆਪਣੇ 2 ਨੌਜਵਾਨ। ਤਾਂ ਮਨਪ੍ਰੀਤ ਹੁਣ 3 ਮਾਫ ਕਰਨਾ 3 ਹੈ। ਤਾਂ ਮਨਪ੍ਰੀਤ ਦਿਮਾਗ 'ਚ ਜ਼ਿਆਦਾ ਆ ਰਿਹਾ ਕਿਉਂਕਿ ਇਸ ਵਾਰ ਤਾਂ ਉਹਨੇ ਕਾਫੀ ਖੂਬ ਪ੍ਰਦਰਸ਼ਨ ਕਰਨਾ, ਤਾਂ ਉਮੀਦ ਕਰਦੇ ਕਿ ਵਧੀਆ ਵੀ ਕਰੂਗਾ। ਕਦੀ ਗੱਲ ਹੋਈ ਹੈ ਮਨਪ੍ਰੀਤ ਨਾਲ ਜਾਂ ਆਪਣੇ ਕੋਈ ਗੁਣ ਦਿੱਤੇ ਹੋਣਗੇ ਤੁਸੀਂ ਤਾਂ ਇਹ ਤਜਰਬਾ ਕੀਤਾ ਹੋਇਆ? ਐਕਚੁਅਲੀ ਇਸੇ ਗਰਾਊਂਡ ਤੋਂ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ, ਇਹਦਾ ਨਾਂ ਛੋਟਾ ਕੋਰੀਅਨ ਹੈ। ਇਹਦਾ ਗਰਾਊਂਡ ਦਾ ਨਾਮ ਹੀ ਕੋਰੀਅਨ? ਨਹੀਂ, ਉਹਦਾ ਨਾਂ ਕੋਰੀਅਨ ਹੈ। ਅੱਛਾ। ਤੇ ਉਹ ਬੇਸਿਕਲੀ ਇਹਨਾਂ ਬੱਚਿਆਂ ਵਰਗਾ, ਉਹ ਸਾਈਕਲ ਵੀ ਉਹ ਵੱਡਾ ਨਹੀਂ ਸੀ ਚਲਾ ਸਕਦਾ, ਛੋਟਾ ਕੈਂਚੀ ਵਿੱਚ ਦੀ ਪਾ ਕੇ ਨਾ। ਸੋ ਬੇਸਿਕਲੀ ਅੱਛਾ, ਕਿਉਂਕਿ ਉਹਨਾਂ ਨਾਲ ਹਮੇਸ਼ਾ ਮੇਰੀ ਗੱਲਬਾਤ ਤਾਂ ਹੁੰਦੀ ਰਹਿੰਦੀ ਆ, ਪਰ ਉਹਨਾਂ ਦੀ ਜ਼ਿੰਮੇਵਾਰੀ ਵੀ ਹੈਗੀ ਆ ਵੀ ਜਦੋਂ ਉਹ ਵਾਪਸ ਆਉਂਦੇ ਆ, ਉਹ ਇਹਨਾਂ ਬੱਚਿਆਂ 'ਚ ਖੇਡਦੇ ਆ, ਇਹਨਾਂ ਬੱਚਿਆਂ ਨੂੰ ਆਪਣੇ ਗੁਰ ਦਿੰਦੇ ਆ। ਕਿਉਂਕਿ ਹਮੇਸ਼ਾ ਕੀ ਹੁੰਦਾ ਕਿ ਬੂਟੇ ਤੋਂ ਬੂਟਾ ਲੱਗਦਾ। ਕਿਉਂਕਿ ਆਪਾਂ ਕਹੀਏ ਨਾ ਵੀ ਤੁਸੀਂ ਜੋ ਤੁਹਾਡੇ ਕੋਲ ਹੈਗਾ ਉਹ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕਰੋ। ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰਾ ਟਰਾਂਸਫਰ ਕਰ ਸਕਦੇ ਆ, ਤੁਸੀਂ ਸਾਰਾ ਕੁਝ ਕਰ ਸਕਦੇ ਆ, ਬਟ ਯੈਸ, ਜਿੰਨੀ ਤੁਹਾਡੇ ਕੋਲ ਪ੍ਰਮਾਤਮਾ ਨੇ। ਕਿਉਂਕਿ ਇੱਕ ਗੱਲ ਬੜੀ ਕਲੀਅਰ ਹੈ ਮਨਦੀਪ, ਕਿ ਮੈਂ ਜਦੋਂ 13 ਪਿੰਡ ਵਾਲੇ ਮੁੰਡੇ ਇਕੱਠੇ ਕਰਦਾ ਹੁੰਦਾ, ਉਹਨਾਂ ਦੇ ਵਿੱਚ ਹਜੇ ਵੀ ਕੋਈ ਨਾ ਕੋਈ, ਕਿਸੇ ਨੇ ਚੱਕੀ, ਕੋਈ ਆਟਾ ਦੀ ਚੱਕੀ ਲਾਈ ਆ, ਕਿਸੇ ਨੇ, ਇੱਕ ਅੱਧੇ ਨੇ ਸਕੂਟਰਾਂ ਦੀ ਦੁਕਾਨ ਹੈ। ਸੋ ਪਤਾ ਨਹੀਂ ਮੇਰੇ ਵਰਗੇ, ਕਿਉਂਕਿ ਅਸੀਂ ਵੀ ਉੱਥੇ ਬੈਠੇ ਰਹੇ ਹਾਂ, ਕੋਈ ਕੁਦਰਤ ਦੀ ਮਿਹਰਬਾਨੀ ਆ, ਬਾਕੀ ਹੋਰ ਕੁਛ ਨਹੀਂ। ਐਵੇਂ ਬੰਦੇ ਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ
ਵੀ ਮੈਂ ਬੜਾ ਸਿਆਣਾ ਆ ਤੇ ਬੜਾ, ਲੇਕਿਨ ਉੱਦਾਂ ਦਾ ਥਾਟ ਪ੍ਰੋਸੈਸ ਬਣ ਜਾਂਦਾ, ਉੱਦਾਂ ਦੇ ਹਾਲਾਤ ਬਣ ਜਾਂਦੇ ਆ। ਅੱਛਾ, ਇਸ ਮਿੱਟੀ ਦੇ ਵਿੱਚ ਕੀ ਕਮਾਲ ਆ? ਇਹ ਮਿੱਠਾਪੁਰ ਦੀ ਗਰਾਊਂਡ ਵੀ ਤੁਸੀਂ ਆਪ ਪਰਸਨਲ ਤੌਰ ਤੇ ਉੱਤੇ ਬਣਾਈ ਆ, ਮਿੱਟੀ ਦੇ ਵਿੱਚ ਕੀ ਕਮਾਲ ਆ? ਇੱਥੋਂ ਪ੍ਰਗਟ ਸਿੰਘ ਨਿਕਲਿਆ, ਇੱਥੋਂ ਮਨਪ੍ਰੀਤ ਨਿਕਲਿਆ, ਇੱਥੋਂ ਹੋਰ ਖਿਡਾਰੀ ਨਿਕਲੇ ਨੇ ਤਾਂ ਨਿਕਲ ਸਕਦੇ ਨੇ। ਨਹੀਂ, ਮਾਹੌਲ ਆ, ਮਾਹੌਲ ਆ। ਮੈਂ ਹਮੇਸ਼ਾ ਇਸ ਕਰਕੇ ਆਸ਼ਾਵਾਦੀ ਰਹਿਣਾ। ਮੇਰੇ ਪਿੰਡ ਦੇ ਵਿੱਚ 2005 ਦੇ ਵਿੱਚ ਬੇਸਿਕਲੀ ਲਗਭਗ, ਕਿਉਂਕਿ ਮੈਂ ਆਪਣੀ ਨੌਕਰੀ ਕਰਨ ਲੱਗ ਪਿਆ ਤੇ ਮੈਂ ਆਪਣੇ ਬਜ਼ੁਰਗ ਨਾਲ ਬੈਠਾ ਸੀ, ਗੱਲਾਂ ਕਰਨ ਲੱਗ ਪਿਆ ਵੀ ਯਾਰ ਬੱਚੇ ਜਿਹੜੇ ਆ ਉਹ ਕਿਤੇ ਨਾ ਕਿਤੇ ਡਰੱਗਸ ਵੱਲ ਨੂੰ, ਦੂਜਾ ਤੀਜਾ। ਉਸੇ ਦਿਨ ਹੀ ਮੈਂ ਸੋਚਿਆ ਕਿ ਯਾਰ ਇਹ ਕਰਨਾ ਹੈਗਾ। ਔਰ ਚਲੋ ਮੇਰੇ ਰਿਸ਼ਤੇਦਾਰ ਆ ਸੰਘਾਜ਼ ਜਿਹੜੇ ਆਲੂਆਂ ਵਾਲੇ, ਤਾਂ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਮੈਨੂੰ ਟਰੈਕਟਰ ਚਾਹੀਦੇ ਆ 4-5, ਕਿਉਂਕਿ ਇੱਥੇ ਰੇਤਾ ਬੜੀ ਸੀ। ਉਹਨਾਂ ਨੇ ਬਾਈ ਚਾਂਸ ਮੀਂਹ ਮੂੰਹ ਪਿਆ ਸੀ, ਉਹਨੇ ਭੇਜ ਦਿੱਤੇ ਤੇ ਇਹ ਗਰਾਊਂਡ ਦੀ ਸ਼ੁਰੂਆਤ ਕੀਤੀ। ਤੇ ਮੈਂ ਮੁੰਡੇ 5-4 ਪਿੰਡ ਦੇ ਸੱਦ ਕੇ ਉਹਨਾਂ ਨੂੰ ਕਿਹਾ 10 ਤੋਂ 12 ਵਾਲੇ, ਇਦੋਂ ਵੱਡੇ ਨਹੀਂ ਲੈਣੇ, ਤੇ 40 ਕੁ ਬੱਚੇ ਹੋਏ। ਤੇ ਉਦੋਂ 2000 ਇਹ ਮਨਪ੍ਰੀਤ ਹੋਣੀ, ਇਹ ਉਹ ਪਹਿਲਾ ਬੈਚ ਸੀਗਾ, ਉਹ ਪਹਿਲਾ ਬੈਚ ਆ। ਸੋ ਉਹ ਮਾਹੌਲ ਹੈਗਾ ਪਿੰਡ ਦੇ ਵਿੱਚ। ਕਬੱਡੀ ਵਾਲੇ ਮੁੰਡੇ ਵੀ ਹੈਗੇ ਆ, ਫੁੱਟਬਾਲ ਵਾਲੇ ਵੀ ਹੈਗੇ ਆ, ਫਿਰ ਸੈਰ ਕਰਨ ਵਾਲੇ ਵੀ ਹੈਗੇ ਆ। ਸੋ ਇੱਕ ਮਾਹੌਲ ਨੇ ਹੋਇਆ ਕਿ ਕੰਪੈਰੀਟਿਵਲੀ, ਕਿਉਂਕਿ ਜਦੋਂ ਯੂਥ ਇੱਧਰ ਆ ਗਿਆ, ਕਿਉਂਕਿ ਮੈਂ ਡਰੱਗਸ ਦੀ ਇੱਕੋ ਹੀ ਗੱਲ ਸਮਝਦਾ ਵੀ ਡਿਮਾਂਡ ਤੇ ਸਪਲਾਈ ਆ। ਕਿਉਂਕਿ ਜੇ ਡਿਮਾਂਡ ਰਹੀ ਤਾਂ ਸਪਲਾਈ ਕਿਸੇ ਨਾ ਕਿਸੇ ਫਾਰਮੇਸ਼ਨ 'ਚ ਚਲੇ ਜਾਣੀ ਆ। ਤੇ ਪੰਜਾਬੀ ਹੈਗਾ ਐਗਰੈਸਿਵ ਆ, ਤੇ ਉਸ ਐਗਰੈਸ਼ਨ ਨੂੰ ਜੇ ਤੁਸੀਂ ਚੈਨਲਾਈਜ਼ ਨਹੀਂ ਕਰੋਗੇ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨਦੇਹ ਹੋਊਗਾ, ਆਪਣੇ ਆਪ ਨੂੰ ਵੀ ਨੁਕਸਾਨਦੇਹ ਹੋਊਗਾ, ਸਮਾਜ ਨੂੰ ਵੀ ਨੁਕਸਾਨਦੇਹ ਹੋਊਗਾ। ਕਿਤੇ ਉਹੀ 2005 ਵਾਲਾ ਫਾਰਮੂਲਾ ਤਾਂ ਤੁਸੀਂ ਸਿਆਸਤ 'ਚ ਨਹੀਂ ਵਰਤ ਰਹੇ ਕਿ ਜਿੱਥੇ ਗਰਾਊਂਡ ਨੂੰ ਤੁਸੀਂ ਏਡਾ ਸ਼ਾਨਦਾਰ ਬਣਾ ਲਿਆ ਕਿ ਹੁਣ ਸਿਆਸਤ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ? ਦੇਖੋ ਜੋ ਕਰਾਂਗੇ, ਦੇਖੋ ਗੱਲ ਸਿਰਫ ਸਪਿਰਿਟ ਇੰਨੀ ਆ ਕਿ ਕੋਈ 100-200 ਪੰਜਾਬੀ ਨੇ ਤਕੜਾ ਨਹੀਂ ਹੋਣਾ, ਪੰਜਾਬ ਨੇ ਤਕੜਾ ਹੋਣਾ। ਮੈਂ ਬਹੁਤੇ ਕਈ ਵਾਰੀ ਸਿਆਸਤਦਾਨਾਂ ਨੂੰ, ਬਹੁਤੇ ਬਿਊਰੋਕਰੈਟਸ ਨੂੰ ਕਈ ਵਾਰੀ ਡਿਸਕਸ਼ਨ ਕਰਕੇ ਕਹਿੰਦਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਪੈਸੇ ਜੀਣ ਲਈ ਕਿੰਨੇ ਚਾਹੀਦੇ ਆ। ਮੈਨੂੰ ਲੱਗਦਾ ਬਹੁਤਿਆਂ ਨੂੰ ਤਾਂ ਕਈ ਵਾਰੀ ਇਹ ਵੀ ਨਹੀਂ ਪਤਾ ਵੀ ਜ਼ਿੰਦਗੀ 'ਚ ਪੈਸੇ ਜੀਣ ਲਈ ਚਾਹੀਦੇ ਕਿੰਨੇ ਆ। ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਆਪਣੇ ਹਿੱਸੇ ਦੀ ਸਟਰਗਲ ਕਰਨ ਦਈਏ। ਅਸੀਂ ਕਈ ਵਾਰੀ ਪੁਸ਼ਤਾਂ ਦਾ ਇਕੱਠਾ ਕਰਨ ਲੱਗ ਪੈਂਦੇ ਆ। ਜਿਹੜਾ ਜਦੋਂ ਪੁਸ਼ਤਾਂ ਦਾ ਇਕੱਠਾ ਕਰਦੇ ਆ ਨਾ, ਤੀਜੀ ਜਨਰੇਸ਼ਨ ਨੇ ਆਟੋਮੈਟਿਕਲੀ ਉੱਥੇ ਪਹੁੰਚ ਜਾਣਾ, ਕਿਉਂਕਿ ਉਹਨੂੰ ਵੈਲਿਊ ਨਹੀਂ ਹੋਣੀ। ਉਹਨੂੰ ਵੈਲਿਊ ਦਿਓ। ਸੋ ਇਸ ਕਰਕੇ ਉਹਨੂੰ ਪ੍ਰਾਊਡ ਫੀਲ ਹੋ ਗਿਆ ਕਿ ਯਾਰ ਮੈਂ ਆ ਕੀਤਾ ਹੈਗਾ। ਉਹਨੂੰ ਵੀ ਤਾਂ ਪ੍ਰਾਊਡ ਫੀਲ ਹੋਣ ਦਿਓ ਨਾ। ਤੁਹਾਡੇ ਬਾਬੇ ਨੇ ਕਰਤਾ, ਤੁਹਾਡੇ ਪਿਓ ਨੇ ਕਰਤਾ, ਤੇ ਅਲਟੀਮੇਟਲੀ ਉਹ ਤਾਂ ਉਹਨਾਂ ਨੇ ਫਿਰ ਕੀਤਾ ਨਾ, ਤੁਸੀਂ ਕੀ ਕੀਤਾ? ਤੁਸੀਂ ਤਾਂ ਸਿਆਸਤ ਦੇ ਵਿੱਚ ਸੁਧਾਰਨ ਦੀ ਕੀ ਲੋੜ ਆ? ਇਹ ਪੈਸਾ ਇਕੱਠਾ ਕਰਨ ਵਾਲਾ ਫਾਰਮੂਲਾ ਸੁਧਾਰਨ ਦੀ ਲੋੜ ਹੈ ਕਿ ਜਾਂ ਸਾਨੂੰ ਨੀਤੀਆਂ ਚੇਂਜ ਕਰਨ ਦੀ? ਬਹੁਤ ਕੁਝ ਸੁਧਾਰਨ ਦੀ ਜ਼ਰੂਰਤ ਹੈ। ਐਗਜ਼ਾਮਪਲ, ਪਹਿਲੀ ਗੱਲ ਤਾਂ ਸਾਡੀ ਸੋਚ ਸੁਧਾਰਨ ਦੀ ਜ਼ਰੂਰਤ ਹੈ। ਕਿਉਂਕਿ ਜਿੰਨਾ ਚਿਰ ਅਸੀਂ ਪੰਜਾਬੀ ਹੋ ਕੇ ਨਹੀਂ ਜੀਂਦੇ, ਅਸੀਂ ਜੀਨੇ ਆ ਵੀ ਮੈਂ ਕਾਂਗਰਸੀ ਆ ਜੀ, ਮੈਂ ਅਕਾਲੀ ਆ। ਅੱਛਾ ਬਈ ਮੈਨੂੰ ਮੰਨ ਲਓ 60,000 ਵੋਟ ਪਈ ਆ 2 ਲੱਖ ਚੋਂ, 1,40,000 ਬੰਦਾ ਵੀ ਤਾਂ ਮੇਰੀ ਕੌਨਸਟੀਚੁਐਂਸੀ ਦਾ ਨਾ। ਹੋ ਸਕਦਾ ਕਿਸੇ ਰੀਜ਼ਨ ਕਰਕੇ ਉਹਦਾ ਥਾਟ ਪ੍ਰੋਸੈਸ ਇਦਾਂ ਦਾ ਹੋਵੇ, ਉਹਨੇ ਮੈਨੂੰ ਨਹੀਂ ਵੋਟ ਪਾਈ, ਕੋਈ ਗੱਲ ਨਹੀਂ, ਬਟ ਮੈਨੂੰ ਸੁਧਾਰ ਤਾਂ ਬੇਸਿਕਲੀ ਕੰਮ ਤਾਂ 2 ਲੱਖ ਲਈ ਕਰਨਾ ਪਊਗਾ ਨਾ। ਤੇ ਜਦੋਂ ਅਸੀਂ ਇਹ ਦੇਖਣ ਲੱਗ ਪੈਂਦੇ ਆ, ਕਦੀ ਪਰਚੇ, ਕਦੀ ਕੁਛ, ਮੈਨੂੰ ਲੱਗਦਾ ਉਸ ਸਿਆਸਤ ਤੋਂ ਸਾਨੂੰ ਦੂਰ ਹੋਣ ਦੀ ਜ਼ਰੂਰਤ ਆ। ਔਰ ਪਿੰਡਾਂ ਨੂੰ ਵੀ ਸੋਚਣ ਦੀ ਜ਼ਰੂਰਤ ਆ ਵੀ 2 ਧੜੇ ਆ। ਮੰਨ ਲਓ ਇੱਕ ਕਾਂਗਰਸ ਦਾ, ਮੇਬੀ ਇੱਕ ਆਪ ਦਾ, ਮੇਬੀ ਕਿਸੇ ਇੱਕ ਹੋਰ ਦਾ, ਪਰ ਉਸ ਧੜੇ ਤੋਂ ਪਹਿਲਾਂ ਇਹ ਤਾਂ ਸੋਚ ਲਓ ਭਾਈ ਵੀ ਅਸੀਂ ਪੰਜਾਬੀ ਵੀ ਆ। ਕਦੀ ਪੋਲੀਟੀਸ਼ੀਅਨਾਂ ਨੂੰ ਇਹ ਵੀ ਪੁੱਛ ਲਓ ਵੀ ਕੀ ਪਾਲਿਸੀਜ਼ ਹੈਗੀਆਂ, ਕਿੱਥੋਂ ਪੈਸੇ ਆਉਣੇ ਆ, ਕਾਹਦੇ ਲਈ ਖਰਚਣੇ ਆ, ਸਾਡਾ ਐਜੂਕੇਸ਼ਨ ਸਿਸਟਮ ਕਿੱਥੇ ਖੜਾ, ਸਾਡਾ ਹੈਲਥ ਸਿਸਟਮ ਕਿੱਥੇ ਖੜਾ, ਸਾਡੀ ਪੁਲਿਸ ਦੀ ਵਰਕਿੰਗ ਕਿੱਥੇ ਖੜੀ ਆ। ਕਿਉਂਕਿ ਜਿੰਨਾ ਚਿਰ ਐਕਚੁਅਲੀ ਮਨਦੀਪ ਸੱਚੀ ਗੱਲ ਆ, ਜਦੋਂ ਹਨਾ 2 ਧੜੇ ਹੁੰਦੇ ਆ ਬਈ, ਤੁਸੀਂ ਕੋਈ ਲਾਈਨ ਤਾਂ ਨਾ ਪਿੱਟੀ ਚਲੋ। ਕਿਉਂਕਿ ਤੁਸੀਂ ਦੇਖੋ ਯਾਰ ਸਮੱਸਿਆਵਾਂ ਹੈਗੀਆਂ, ਤੁਸੀਂ ਦੇਖੋ, ਕਿਉਂਕਿ ਪੈਸੇ ਜਿੱਥੋਂ ਆਉਣਗੇ, ਕਿਉਂਕਿ ਉਹ ਤਾਂ ਸਿਸਟਮ 'ਚੋਂ ਹੀ ਆਉਣਗੇ ਨਾ। ਤੇ ਉਹ ਸਿਸਟਮ ਨੇ ਕਿੱਦਾਂ ਪੈਸੇ ਭਰਨੇ ਕਿੱਦਾਂ ਆ? ਜੇ ਉਹ ਕੁਛ ਚੰਦ ਲੋਕਾਂ ਦੀ ਜੇਬ 'ਚ ਜਾਂਦੇ ਤੁਸੀਂ ਪਸੰਦ ਕਰੋਗੇ ਕਿ ਤੁਸੀਂ ਇਹ ਕਹੋਗੇ ਵੀ ਖਜ਼ਾਨਾ ਭਰੇ? ਜਦੋਂ ਖਜ਼ਾਨਾ ਭਰਨ ਦੀ ਗੱਲ ਆਉਂਦੀ ਆ, ਫਿਰ ਪਾਲਿਸੀਜ਼ ਦੀ ਗੱਲ ਆਉਂਦੀ ਆ। ਜਦੋਂ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ, ਫਿਰ ਸਿਸਟਮ ਦੇ ਵਿੱਚ ਤੁਹਾਨੂੰ ਆਪਣੇ ਹੀ ਫਿਰ ਨਕਾਰਨ ਲੱਗ ਜਾਂਦੇ ਆ। ਵੱਡੀ ਐਗਜ਼ਾਮਪਲ ਆ, ਤੁਹਾਡੇ ਨਾਲ ਹੀ ਹੋ ਰਿਹਾ ਸਭ ਕੁਝ। ਕੋਈ ਗੱਲ ਨਹੀਂ, ਫਿਰ ਕੀ ਹੋਇਆ? ਕਿਉਂਕਿ ਹੋਇਆ ਕੀ, ਤੁਹਾਨੂੰ ਤੁਹਾਡੇ ਬਗਾਨੇ ਕਰਕੇ ਸੈੱਟ ਤਾਂ ਕੋਈ ਪ੍ਰੋਬਲਮ ਨਹੀਂ। ਫਿਰ ਕੀ ਹੋਇਆ? ਇਹਨਾਂ ਨੇ ਕੁਝ ਬੰਦੇ, ਚੰਦ ਬੰਦੇ ਆ ਜਿਹੜੇ ਬਗਾਨੇ, ਪਰ ਲੋਕੀ ਤਾਂ
ਲੋਕੀ ਤਾਂ ਪਿਆਰ ਕਰਦੇ ਆ। ਬਹੁ ਗਿਣਤੀ ਕਿਹਨਾਂ ਨਾਲ ਆ, ਤੁਹਾਡੇ ਨਾਲ ਕਿ ਕੈਪਟਨ ਨਾਲ? ਤੇ ਨਹੀਂ ਹੌਲੀ ਹੌਲੀ ਦੇਖੋ ਕੀ ਹੁੰਦਾ, ਇੱਕ ਕਿਸੇ ਵੀ ਚੀਜ਼ ਦਾ ਆਪਾਂ ਮਾਹੌਲ ਤੋਂ ਸ਼ੁਰੂ ਕੀਤਾ ਸੀ, ਮਾਹੌਲ ਬਣਦਾ ਹੁੰਦਾ। ਐਕਚੁਅਲੀ ਕੀ ਹੋਇਆ, ਮਾਹੌਲ ਬਣ ਗਿਆ, ਪੋਲੀਟੀਕਲ ਸਿਸਟਮ 'ਚ ਨਾ ਇੰਟਰਨਲ ਡੈਮੋਕ੍ਰੇਸੀ ਮੁੱਕ ਗਈ। ਉਹ ਕੀ ਹੁੰਦਾ ਕਿ ਉਹ ਫਿਰ ਡਿਸਕਸ਼ਨ ਨਹੀਂ ਹੁੰਦੀ। ਅੱਛਾ, ਉਹ ਫਿਰ ਲਾਈਨ ਮਾਰਨ ਲੱਗ ਪੈਂਦੇ ਆ, ਉਹ ਕਿਸੇ ਦਾ ਧੜਾ ਬਣਨ ਲੱਗ ਪੈਂਦੇ ਆ। ਯਾਰ ਧੜਾ ਜਦੋਂ ਇੱਕ ਟੀਮ 'ਚ ਹੀ ਆ ਗਿਆ, ਫਿਰ ਧੜਾ ਕਾਹਦਾ, ਮੇਰੀ ਤਾਂ ਆਹ ਟੀਮ ਆ, ਇਹਦੇ 'ਚ ਹੁਣ ਮੈਂ ਧੜਾ ਬਣਾ ਕੇ ਕੀ ਕਰੂੰਗਾ? ਹੁਣ ਤਾਂ ਤੁਹਾਡੇ ਤੇ ਵੀ ਕਿਹਾ ਜਾਂਦਾ ਨਾ, ਇੱਕ ਕੈਪਟਨ ਦਾ ਧੜਾ ਤੇ ਇੱਕ ਸਿੱਧੂ ਦਾ ਨਹੀਂ, ਧੜਾ ਨਾ ਸਿੱਧੂ ਨੇ ਧੜਾ ਬਣਾਇਆ, ਹਾਂ, ਨਾ ਮੈਂ ਧੜਾ ਬਣਾਇਆ, ਕਿਉਂਕਿ ਸਾਡੀ ਮਾਨਸਿਕਤਾ ਦੇ ਵਿੱਚ ਇਸ ਟੀਮ 'ਚੋਂ ਮੈਂ ਕਿੱਦਾਂ ਧੜਾ ਬਣਾ ਦੇਵਾਂ? ਇਸ ਟੀਮ 'ਚੋਂ ਧੜਾ ਬਣਾਇਆ ਜਾ ਸਕਦਾ, ਫਿਰ ਇਹ ਜਿੱਤ ਸਕਦੇ ਆ। ਪਰ ਇਹ ਤਾਂ ਤੁਸੀਂ ਸਮਝ ਸਕਦੇ ਹੋ ਨਾ, ਤੁਸੀਂ ਪਲੇਅਰ ਹੋ, ਨਵਜੋਤ ਸਿੱਧੂ ਪਲੇਅਰ ਹੈ। ਅੱਜ ਨਹੀਂ ਇਹ ਸਮਝਦੇ, ਕੱਲ ਨੂੰ ਸਮਝ ਲੈਣਗੇ। ਕੱਲ ਨੂੰ ਨਹੀਂ ਸਮਝਦੇ, ਪਰਸੋਂ ਨੂੰ ਸਮਝ ਲੈਣਗੇ। ਜਿੰਨਾ ਚਿਰ ਜਾਨ ਰਹੀ, ਜਿੰਨਾ ਚਿਰ ਇਸ ਥਾਟ ਪ੍ਰੋਸੈਸ 'ਚ ਰਹੇ ਤੇ ਜਿੱਥੇ ਜਿੱਥੇ ਰਹੇ, ਉੱਥੇ ਉੱਥੇ ਕਰਨਾ ਜ਼ਰੂਰ ਆ। ਸਮਝਾਉਣਾ ਕੀ ਚਾਹੁੰਦੇ ਹੋ ਤੁਸੀਂ? ਸਮਝਾਉਣਾ ਇਹ ਚਾਹੁੰਦੇ ਆ ਵੀ ਆਹ ਟੀਮ ਐਦਾਂ ਟੀਮ ਬਣਾਓ, ਇਹ ਸਮਾਜ ਦੀ ਟੀਮ ਆ। ਇਹ ਸਮਾਜ ਜਦੋਂ ਸਾਰੇ ਜਣੇ ਤਗੜੇ ਹੋਣਗੇ, ਸਾਰੇ ਜਣੇ, ਮਨਦੀਪ ਕਿਤੇ ਇਮੇਜਿਨ ਕਰਕੇ ਦੇਖੋ ਜੇ ਸਾਰਿਆਂ ਨੂੰ। ਪਰ ਇਹ ਵੀ ਹੈ ਨਾ ਸਰ, ਤੁਹਾਡੇ ਤੇ ਵੀ ਫਿਰ ਇਹੀ ਇਲਜ਼ਾਮ ਲੱਗਦੇ ਆ, ਨਵਜੋਤ ਸਿੱਧੂ ਹੋਣਾ ਤੇ ਵੀ ਇਲਜ਼ਾਮ ਲੱਗਦੇ ਆ, ਤੁਸੀਂ ਪਹਿਲਾਂ ਅਕਾਲੀਆਂ ਚੋਂ ਇੱਧਰ ਆ ਗਏ, ਉਹ ਕਿੰਨੀਆਂ ਪਾਰਟੀਆਂ ਛੱਡ ਕੇ ਇੱਧਰ ਆ ਗਏ, ਉਹ ਕਹਿੰਦੇ ਇਹਨਾਂ ਦਾ ਤਾਂ ਕੰਮ ਹੀ ਇਹੋ ਆ। ਫਿਰ ਕੀ ਕਰੀਏ, ਤੁਸੀਂ ਦੱਸ ਦਿਓ। ਤੁਸੀਂ ਬੇਸਿਕਲੀ ਤੁਹਾਡੇ ਬਹੁਤ, ਕਿਉਂਕਿ ਵੱਡੇ ਸਰੋਤੇ ਹੈਗੇ ਆ, ਤੁਸੀਂ ਦੱਸ ਦਿਓ, ਜੋ ਕਹੋ ਅਸੀਂ ਉਹ ਪੰਜਾਬ ਲਈ ਕਰ ਲੈਂਦੇ ਆ, ਨਾ ਬੋਲੀਏ ਬਹਿ ਕੇ ਅੰਦਰ, ਫਿਰ ਜੋ ਠੀਕ ਬੋਲੋਗੇ ਤੇ ਅੰਡਰ ਬੋਲਣਾ ਪੈਣਾ ਇਹਨਾਂ ਦੇ ਤਾਂ। ਨਹੀਂ, ਅੰਡਰ ਡੈਮੋਕ੍ਰੇਸੀ ਦੇ ਵਿੱਚ ਕੀ ਆ ਕਿ ਡਿਸਕਸ਼ਨ ਦੇ ਵਿੱਚੋਂ ਹੀ ਚੰਗੀਆਂ ਚੀਜ਼ਾਂ ਨਿਕਲਦੀਆਂ। ਜੇ ਅਦਰਵਾਈਜ਼ ਮੈਂ ਅੰਦਰ ਵੜ ਕੇ ਹੀ ਬੋਲਦਾ ਨਾ, ਜਦੋਂ ਨਹੀਂ ਸੁਣਦੇ ਤਾਂ ਫਿਰ ਮੈਂ ਪਬਲਿਕ ਪਲੇਟਫਾਰਮ ਤੇ ਆ ਜਾਂਦਾ। ਠੀਕ ਆ, ਚਲੋ ਫਿਰ। ਤਾਂ ਹੁਣ ਕੋਈ ਗੱਲਬਾਤ ਹੋਈ ਹੈ? ਕਿਉਂਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਮਨਦੀਪ ਕਿ ਇਹਨਾਂ ਚੀਜ਼ਾਂ 'ਚ ਜਿਹੜੀ ਅਸੀਂ એનર્ਜੀ ਵੇਸਟ ਕਰਦੇ ਆ ਨਾ, ਉਹ એનર્ਜੀ ਜੇ ਕਿਤੇ ਅਸੀਂ ਉਹਨਾਂ ਕੰਮਾਂ ਲਈ ਲਾ ਲੈਂਦੇ ਜਿਸ ਕੰਮ ਲਈ ਅਸੀਂ ਫਾਈਟ ਕਰਦੇ ਆ। ਅਸਲੀ ਗੱਲ ਹੈ, ਬੰਦੇ ਕੋਲ ਹੈਗੇ ਤਾਂ 24 ਘੰਟੇ ਹੀ ਆ ਨਾ, ਉਹ ਨੈਗੇਟਿਵਲੀ ਕਰ ਲਵੇ, ਪੋਜ਼ਿਟਿਵਲੀ ਕਰ ਲਵੇ। ਜੇ ਉਹ ਪੋਜ਼ਿਟਿਵਲੀ ਕਰ ਲੂਗਾ, ਉਹਨੇ ਕੁਛ ਨਾ ਕੁਛ ਅਚੀਵ ਕਰ ਲੈਣਾ। ਪਰ ਹੁਣ ਚਰਚਾ ਇਹ ਹੋ ਰਹੀ ਹੈ, ਪ੍ਰਧਾਨਗੀ ਦੀ ਕੁਰਸੀ ਦੀ ਗੱਲ ਹੋ ਰਹੀ ਹੈ ਵੀ ਨਵਜੋਤ ਸਿੱਧੂ ਪ੍ਰਧਾਨਗੀ ਦੀ ਕੁਰਸੀ ਦੀ ਮੇਰੇ ਲਈ ਐਟਲੀਸਟ ਕੋਈ ਗੱਲ ਨਹੀਂ ਹੈ। ਪ੍ਰਧਾਨ ਦੇਖੋ, ਐਂਡ ਆਫ ਦਾ ਡੇ ਕਿਸੇ ਨਾ ਕਿਸੇ ਨੇ ਤਾਂ ਬਣਨਾ ਹੀ ਆ। ਜੇ ਉਹਨੂੰ ਲੋਕੀ ਪਸੰਦ ਕਰਦੇ ਆ, ਉਹਨੂੰ ਬਣਾ ਦਿਓ। ਪਰ ਉਦੋਂ ਅੱਗੇ ਵੀ ਤਾਂ ਸੀਐਮ ਬਣਾ ਦਿਓ, ਜਿਹਨੂੰ ਮਰਜ਼ੀ ਜੋ ਮਰਜ਼ੀ ਬਣਾ ਦਿਓ। ਦੇਖੋ, ਇਹ ਤਾਂ ਬੇਸਿਕਲੀ ਡਿਮਾਂਡ ਐਂਡ ਸਪਲਾਈ ਆ। ਦੇਖੋ ਜੇ ਪਰ ਇਹਦੇ ਵਿੱਚ ਇਹ ਹੋ ਰਿਹਾ ਨਾ, ਕਹਿੰਦੇ ਵਿਰੋਧ ਕੀਤਾ ਤੇ ਕੁਰਸੀ ਲੈ ਰਹੇ ਆ, ਮੁੱਦੇ ਫੇਰ ਭੁੱਲ ਗਏ। ਨਹੀਂ, ਮੁੱਦੇ ਨਹੀਂ ਭੁੱਲਦੇ, ਮੈਂ ਤਾਂ ਨਹੀਂ ਭੁੱਲਦਾ। ਫਿਰ ਕੁਰਸੀ ਲੈ ਕੇ ਮੁੱਦੇ ਜ਼ਿਆਦਾ ਹੱਲ ਹੋ ਜਾਣਗੇ। ਸਮਝੇ ਨਹੀਂ? ਫਿਰ ਬਈ ਮੈਂ ਮੰਨ ਲਓ ਸਪੋਜ਼ ਉਹਨੂੰ ਜੇ ਕਿਸੇ ਹੋਰ ਨੂੰ ਵੀ ਬਣਾ ਦੇਣ, ਮੈਨੂੰ ਤਾਂ ਕੋਈ ਰੌਲਾ ਨਹੀਂ ਹੈ। ਅੱਛਾ, ਕਿਉਂਕਿ ਰੌਲਾ ਤਾਂ ਇਸ਼ੂ ਇਸ ਕਰਕੇ ਕਹਿ ਰਹੇ ਸਰ ਕਿ ਤੁਹਾਨੂੰ ਬਿਜਲੀ ਮਹਿਕਮਾ ਦਿੱਤਾ ਪਹਿਲਾਂ ਨਵਜੋਤ ਸਿੱਧੂ ਨੂੰ, ਤੇ ਬਿਜਲੀ ਮਹਿਕਮੇ ਦੇ ਅੱਜ ਸਭ ਤੋਂ ਵੱਡਾ ਮੁੱਦਾ ਬਿਜਲੀ ਦਾ ਬਣਿਆ ਪਿਆ। ਜਾਂ ਤਾਂ ਫਿਰ ਉਹ ਮਹਿਕਮੇ ਨੂੰ ਲੈ ਕੇ ਤੇ ਫਿਰ ਉਹਨੂੰ ਹੱਲ ਕਰਦੇ ਮਸਲੇ। ਉਹ ਇੱਕ ਹੋਰ ਇਸ਼ੂ ਸੀ। ਉਹ ਇਹ ਇਸ਼ੂ ਸੀਗਾ ਵੀ ਜਿਹੜੇ ਮਹਿਕਮੇ 'ਚ ਮੈਂ ਸੀਗਾ, ਵੀ ਮੇਰੀ ਪਰਫਾਰਮੈਂਸ ਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਇਹਨੇ ਪਰਫਾਰਮ ਨਹੀਂ ਕੀਤਾ। ਹਾਂ, ਮੈਂ ਇੱਕ ਗੱਲ ਨਾਲ ਐਗਰੀ ਕਰਦਾ ਵੀ ਨਵਜੋਤ ਸਿੱਧੂ ਨੂੰ ਬਿਜਲੀ ਦਾ ਮਹਿਕਮਾ ਲੈਣਾ ਚਾਹੀਦਾ ਸੀ, ਕਿਉਂਕਿ ਅੱਜ ਜਿਹੜੀ ਸਮੱਸਿਆ ਹੈਗੀ ਆ, ਸ਼ਾਇਦ ਇਹ ਨਾ ਹੁੰਦੀ। ਹਾਂ, ਇਨ ਪ੍ਰਿੰਸੀਪਲ ਆਈ ਐਗਰੀਡ, ਬਟ ਉਹਦੇ ਵਿੱਚ ਵੀ ਬਹੁਤੀਆਂ ਜਿਹੜੀਆਂ ਪਾਵਰਸ ਆ, ਉਹ ਬੇਸਿਕਲੀ ਐਕਚੁਅਲੀ ਕੀ ਹੋਇਆ ਜਦੋਂ ਦਾ ਟੈਰੋਰਿਜ਼ਮ ਤੋਂ ਬਾਅਦ। ਜੇ ਇਹ ਪਾਵਰ ਦੀ ਗੱਲ ਕਰਦੇ ਹੋ, ਫਿਰ ਜੇ ਪ੍ਰਧਾਨਗੀ ਆ ਗਈ, ਫਿਰ ਕਹਿਣਾ ਕਿ ਸੀਐਮ ਕੋ ਪਾਵਰਾਂ ਨੇ ਸਾਰੀ। ਨਹੀਂ, ਇਹ ਯਾਰ ਦੇਖੋ, ਇਟ ਇਜ਼ ਅ ਔਨਗੋਇੰਗ ਫਾਈਟ। ਇਟ ਇਜ਼ ਔਨਗੋਇੰਗ ਫਾਈਟ। ਇਹ ਕੋਈ ਇਹ ਨਹੀਂ ਹੈਗਾ ਮਨਦੀਪ ਕਿ ਆਪਾਂ ਕਹੀਏ ਵੀ ਇਹ ਇੱਕ ਦਿਨ 'ਚ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਕੋਈ ਬੰਦਾ ਕਿਸੇ ਐਂਗਲ ਨਾਲ ਸੋਚਦਾ, ਕੋਈ ਬੰਦਾ ਕਿਸੇ ਐਂਗਲ ਨਾਲ ਸੋਚਦਾ, ਬਟ ਯੈਸ ਉਹਦਾ ਕਨਕਲੂਜਨ ਤਾਂ ਹੁੰਦਾ ਨਾ। ਸਾਡੀ ਫਾਈਟ ਤਾਂ ਇਹ ਆ ਕਿ ਜਿਹੜੇ ਇਸ਼ੂਜ਼ ਹੈ, ਇਸ਼ੂਜ਼ ਨੂੰ ਆਪਾਂ ਸੋਲਵ ਕਰ ਲਈਏ, ਉਦੋਂ ਗਾਂਹ ਤੁਰੀਏ। 4.5 ਸਾਲਾਂ 'ਚ ਕੀਤਾ ਕੁਛ ਨਹੀਂ। ਲੋਕ ਇਹ ਕਹਿੰਦੇ ਆ ਕਿ ਹੁਣ ਇਹ ਮਸਲਾ ਉਜਾਗਰ ਕਰਕੇ ਲੋਕਾਂ ਦਾ ਧਿਆਨ ਖਰਾਬ ਕਰਕੇ ਫਿਰ ਵੋਟਾਂ ਲੈ ਜਾਣਗੇ। ਦੇਖੋ ਅਲਟੀਮੇਟਲੀ ਤਾਂ 4.5 ਸਾਲਾਂ 'ਚ ਜ਼ਿੰਮੇਵਾਰ ਤੁਸੀਂ ਵੀ ਹੋ ਸਰ। ਨਹੀਂ, ਮੈਂ ਹੈਗਾ ਡੈਫੀਨੇਟਲੀ। ਮੈਂ ਕਿਉਂ ਨਹੀਂ ਹੈਗਾ? ਮੈਂ ਜਦੋਂ ਦੇਖੋ, ਜਿੰਨਾ ਤੁਹਾਡੇ ਕੋਲ ਜਿੰਨਾ ਕੁ ਪਾਵਰ ਹੈਗੀ ਆ, ਉਨੀ ਤੁਸੀਂ ਵਰਤਦੇ ਆ। ਠੀਕ ਆ, ਮੈਂ ਜ਼ਿੰਮੇਵਾਰ। ਚਿੱਠੀਆਂ ਲਿਖਣ ਤੇ ਜ਼ੋਰ ਲੱਗ ਗਿਆ ਸਾਰਾ। ਨਹੀਂ, ਫਿਰ ਕੀ ਨਾ ਲਿਖੀਏ? ਹੱਲ ਵੀ ਕੋਈ ਨਹੀਂ ਨਾ ਹੋਇਆ ਉਹਦੇ 'ਚ। ਸਮਝੇ ਨਹੀਂ? ਫਿਰ ਮੇਰੇ ਕਹਿਣ ਦਾ ਮਤਲਬ ਹੱਲ ਤਾਂ ਕਿਸੇ ਕੋਲ ਆ ਨਾ। ਜੇ ਹੱਲ ਮੇਰੇ ਕੋਲ ਹੋਵੇ ਤਾਂ ਮੈਂ ਤਾਂ ਮਿੰਟ 5 ਲਾਵਾਂ। ਹੱਲ ਤਾਂ ਕਿਸੇ ਕੋਲ ਆ ਨਾ।
ਕਿਉਂਕਿ ਅਲਟੀਮੇਟਲੀ ਕੀ ਹੁੰਦਾ ਕਿ ਇੱਕ ਲੋਕਾਂ ਦਾ ਮੈਂਡੇਟ ਆਉਂਦਾ, ਉਹਦੇ ਵਿੱਚੋਂ ਬੇਸਿਕਲੀ ਕੈਬਨਿਟ ਬਣਦੀ ਆ, ਕੈਬਨਿਟ ਸਰਕਾਰ ਹੁੰਦੀ ਆ, ਬੇਸਿਕਲੀ ਅਸੀਂ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ। ਤੁਸੀਂ ਉੱਥੇ ਜਾ ਕੇ ਕਹਿਣਾ ਹੀ ਹੁੰਦਾ ਮੇਰੀ ਕਲਮ, ਜੇ ਮੇਰੀ ਕਲਮ 'ਚ ਹੋਵੇ ਤਾਂ ਮੈਨੂੰ ਦੇਖੋ ਹੁੰਦਾ ਕੀ ਆ, ਗੱਲ ਤਾਂ ਜੇ ਮੇਰਾ ਸੈਕਟਰੀ ਇੰਟੈਲੀਜੈਂਟ ਆ ਤਾਂ ਮੇਰੇ ਕੋਲ ਉਹ ਕੰਮ ਕਰਾਊਗਾ, ਜੇ ਮੈਂ ਇੰਟੈਲੀਜੈਂਟ ਆ ਤਾਂ ਮੈਂ ਕਰੂੰਗਾ। ਗੱਲ ਤਾਂ ਸਿਰਫ ਉਸ ਲੌਜਿਕ ਦੀ ਆ, ਕਿਉਂਕਿ ਅਸੀਂ ਉਹੋ ਜਿਹੇ ਮਾਹੌਲ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਮਾਹੌਲ ਬਣਾ ਲਈਏ। ਕਿਉਂਕਿ ਦੇਖੋ ਇੱਥੇ ਬਹੁਤਾ ਦੇਰ ਕਿਸੇ ਨੇ ਮਨਦੀਪ ਬੈਠੇ ਨਹੀਂ ਰਹਿਣਾ, ਪਰ ਹਮੇਸ਼ਾ ਦੁਨੀਆ ਦੇ ਉੱਤੇ ਸੁਧਾਰ ਹੁੰਦੇ ਆਏ ਆ, ਡਿਸਕਸ਼ਨਸ ਹੁੰਦੀਆਂ ਆਈਆਂ, ਔਰ ਉਹਦੇ ਤੇ ਕਈ ਵਾਰੀ ਗਲਤ ਵੀ ਫੈਸਲੇ ਲਏ ਜਾਂਦੇ, ਕਈ ਵਾਰੀ ਠੀਕ ਵੀ ਫੈਸਲੇ ਲਏ ਜਾਂਦੇ, ਪਰ ਹੌਲੀ ਹੌਲੀ ਉਹਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੁੰਦੀ ਹੈ। ਅੱਛਾ, ਕੁਝ ਗੱਲਾਂ ਮੈਂ ਅੱਜ ਤੁਹਾਡੇ ਕੋਲ ਕਲੀਅਰ ਕਰਨੀਆਂ। ਤੁਹਾਡੇ ਦੋਵਾਂ ਦੇ ਇਰਦ ਗਿਰਦ ਪੰਜਾਬ ਦੀ ਸਿਆਸਤ ਘੁੰਮੀ ਪਿਛਲੇ 2 ਮਹੀਨਿਆਂ ਤੋਂ। ਤੁਹਾਡੇ ਤੇ ਇਹ ਚਰਚਾ ਹੋਈ, ਆਪਣੀ ਪਹਿਲਾਂ ਵੀ ਗੱਲ ਹੋਈ ਸੀ ਕਿ ਆਮ ਆਦਮੀ ਪਾਰਟੀ 'ਚ ਬੜੀ ਚਰਚਾ ਹੋ ਰਹੀ ਹੈ ਤੁਹਾਡੀ ਤੇ ਨਵਜੋਤ ਸਿੱਧੂ ਦੀ। ਯਾਰ ਚਰਚਾ ਤਾਂ ਦੇਖੋ, ਆਪਾਂ ਜੇ ਚਰਚਾ ਉਹ ਕਰੀ ਜਾਣਾ, ਆਪਾਂ ਕੀ ਉਹ 'ਚ ਕਰ ਸਕਦੇ ਹਾਂ? ਕੀ ਕਰ ਸਕਦੇ ਹਾਂ? ਕਿਉਂਕਿ ਮੈਂ ਤਾਂ ਤੁਹਾਡਾ ਤਾਂ ਇੱਥੋਂ ਤੱਕ ਅਫਵਾਹ ਉੱਡੀ, ਕਹਿੰਦੇ ਨਵੇਂ ਸ਼ਹਿਰ ਤੋਂ ਚੋਣ ਲੜਨੀ ਆ, ਕਹਿੰਦੇ ਆਮ ਆਦਮੀ ਪਾਰਟੀ 'ਚ ਜਾ ਕੇ। ਪਤਾ ਨਹੀਂ ਯਾਰ, ਹੁਣ ਦੇਖੋ ਐਕਚੁਅਲੀ ਡਿਮਾਂਡ ਐਂਡ ਸਪਲਾਈ ਆ। ਦੇਖੋ ਤੁਹਾਡੀ ਡਿਮਾਂਡ, ਮੇਰੇ ਕਹਿਣ ਦਾ ਮਤਲਬ ਖੜੇ ਪਾਣੀ ਦੇ ਵਿੱਚ ਤਾਂ ਵੈਸੇ ਵੀ ਸਮੈਲ ਆਉਣ ਲੱਗ ਪੈਂਦੀ ਹੈ, ਠੀਕ ਹੈ ਨਾ? ਉਹ ਬੇਸਿਕਲੀ ਸਮੈਲ ਮਾਰਨ ਲੱਗ ਪੈਂਦਾ। ਯੂ ਹੈਵ ਟੂ ਕੈਰੀ ਫਾਰਵਰਡ, ਯੂ ਹੈਵ ਟੂ ਕੈਰੀ ਔਨ। ਤੁਹਾਨੂੰ ਲੱਗਦਾ ਕਿ ਅੱਗੇ ਵਧਣਾ ਚਾਹੀਦਾ? ਨਹੀਂ, ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ, ਕਿਉਂ ਨਹੀਂ ਵਧਣਾ ਚਾਹੀਦਾ? ਸੰਕੇਤ ਤੁਹਾਡੇ ਸਿੱਧੇ ਰੂਪ 'ਚ ਮੈਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਵੱਲ ਰਸਤੇ ਹੈਗੇ ਤੁਹਾਡੇ। ਦੇਖੋ ਉਹਨੂੰ ਕੰਟੈਸਟ ਤੁਸੀਂ ਜਿਹੜਾ ਮਰਜ਼ੀ, ਮੈਂ ਤਾਂ ਇਸ ਗਰਾਊਂਡ ਦੀ ਗੱਲ ਕਰਦਾ, ਹੁਣ ਆ ਨਿਆਣੇ ਆ, ਬੱਚੇ ਆ, ਮੈਂ ਵੀ ਕਿਸੇ ਦੇ ਨੇ ਇਹ ਸੀਗਾ, ਠੀਕ ਹੈ ਨਾ? ਇਹ ਤਾਂ ਹੈ ਨਹੀਂਗਾ ਵੀ ਮੈਂ ਕਹਾਂ ਵੀ ਮੈਂ ਸਾਰੀ ਉਮਰ ਬੱਚਾ ਹੀ ਰਹੂੰਗਾ। ਅਲਟੀਮੇਟਲੀ ਜ਼ਿੰਦਗੀ ਦੇ ਵਿੱਚ ਹੌਲੀ ਹੌਲੀ ਬੰਦੇ ਨੇ ਗਾਂਹ ਵਧਣਾ ਤਾਂ ਹੁੰਦਾ, ਤੇ ਹੌਲੀ ਹੌਲੀ ਬੰਦੇ ਨੇ ਚਲੇ ਜਾਣਾ ਹੁੰਦਾ। ਰਸਤੇ ਤਾਂ ਬੰਦ ਹੁੰਦੇ ਹੀ ਆ ਨਾ ਕਿਤੇ ਨਾ ਕਿਤੇ ਜਾ ਕੇ। ਨਹੀਂ, ਰਸਤੇ ਸਮਝ ਨਹੀਂ, ਮੇਰੇ ਕਹਿਣ ਦਾ ਮਤਲਬ ਇਟ ਇਜ਼ ਪਿਓਰਲੀ ਇਹ ਦੇਖੋ ਬੰਦਾ ਪੈਦਾ ਹੁੰਦਾ। ਸੰਭਾਵਨਾ ਹੈ ਆਮ ਆਦਮੀ ਪਾਰਟੀ 'ਚ? ਸੰਭਾਵਨਾ ਦੀ ਗੱਲ ਹੀ ਨਹੀਂ, ਮੈਂ ਸਮਝੇ ਨਹੀਂ। ਇੱਥੇ ਫਾਈਟ ਕਰ ਰਹੇ ਆ। ਗੱਲ ਸੁਣੋ, ਉੱਥੇ ਮਲਾਈ ਚੁੱਕ ਲੋ ਜਾ ਕੇ, ਉਹ ਤਾਂ ਕਹਿ ਦੇਣਗੇ ਤੁਹਾਨੂੰ ਉਹਦਾ ਵੀ ਵੱਡਾ ਦੇ ਦੇਣਗੇ। ਇੱਕ ਤਾਂ ਨਾ ਬੇਸਿਕਲੀ ਤੁਸੀਂ ਮੇਰੇ ਨਾਲ ਸੀਨੀਅਰ ਲੀਡਰਾਂ ਨਾਲ ਗੱਲ ਹੋਈ, ਕਹਿੰਦੇ ਪ੍ਰਗਟ ਨਾਲ ਗੱਲ ਕਰਾ ਦਿਓ, ਸਾਡੀ ਵੱਡਾ ਅਹੁਦਾ ਦੇ ਦੇਣਗੇ। ਯਾਰ ਗੱਲ ਤਾਂ ਸੁਣ ਲਓ, ਗੱਲ ਵੱਡੇ ਅਹੁਦੇ ਦੀ ਨਹੀਂ ਹੈਗੀ ਯਾਰ। ਤੁਸੀਂ ਵੱਡੇ ਅਹੁਦੇ ਤੇ ਬਹਿ ਕੇ ਕੰਮ ਕਰਿਓ। ਨਹੀਂ ਸਮਝੇ ਨਹੀਂ, ਮੇਰੇ ਕਹਿਣ ਦਾ ਮਤਲਬ ਯਾਰ ਦੇਖੋ, ਮੈਂ ਜੇ ਮੇਰੀ ਆਹ ਟੀਮ ਇਹ ਸਮਝ ਰਹੀ ਵੀ ਮੇਰੀ ਆਹ ਜ਼ਿੰਮੇਵਾਰੀ ਆ, ਤੇ ਮੈਂ ਆਹ ਜ਼ਿੰਮੇਵਾਰੀ ਕਰ ਰਿਹਾ। ਮੈਂ ਕਦੀ ਅੱਜ ਤੱਕ ਮਨਦੀਪ ਹਿੰਦੁਸਤਾਨ ਦੀ ਓਲੰਪਿਕ ਦੇ ਵਿੱਚ 2 ਵਾਰੀ ਕਪਤਾਨੀ ਕੀਤੀ। ਅੱਜ ਤੱਕ ਓਲੰਪਿਕ ਦੇ ਵਿੱਚ 2 ਵਾਰੀ ਕਪਤਾਨੀ ਨਹੀਂ ਕਿਸੇ ਨੇ ਕੀਤੀ, ਠੀਕ ਹੈ ਨਾ? ਬਟ ਐਟ ਦਾ ਸੇਮ ਟਾਈਮ ਇਹ ਕੋਈ ਕਿਸੇ ਨੂੰ ਕਹਿਣ ਨਾਲ ਨਹੀਂ ਹੁੰਦੀ, ਇਹ ਇੱਕ ਡੈਸਟਨੀ ਵੀ ਹੁੰਦੀ ਹੈ। ਮੈਂ ਡੈਸਟਨੀ ਨੂੰ ਸਭ ਤੋਂ ਵੱਧ ਜਿਹੜਾ ਤਰਜੀਹ ਇਸ ਕਰਕੇ ਦਿੰਦਾ ਕਿ ਮੇਰੇ ਨਾਲ ਦੇ ਜਿਹੜੇ 13 ਆ, ਉਹ ਅੱਜ ਵੀ ਕਿਤੇ ਨਾ ਕਿਤੇ ਉਸ ਲੈਵਲ ਤੇ ਖੜੇ ਆ। ਮੇਰੇ ਤੇ ਕਿਤੇ ਰੱਬ ਦੀ ਬਹੁਤੀ ਕਿਰਪਾ, ਐਵੇਂ ਮੈਂ ਕਹਾਂ ਵੀ ਮੈਂ ਬਹੁਤ ਸਿਆਣਾ ਨਾ, ਸਰਕਮਸਟੈਂਸਸ ਤੇ ਕਿਤੇ ਨਾ ਕਿਤੇ ਉਹੋ ਜਿਹੇ ਹਾਲਾਤ ਬਣਦੇ ਆ ਜਦੋਂ ਤੁਸੀਂ ਆਪਣੇ ਮੁਤਾਬਕ ਜਾਂ ਕਪੈਸਿਟੀ ਦੇ ਨਾਲ ਸਰਵ ਕਰ ਸਕਦੇ ਆ। ਅੱਛਾ, ਬਹੁਤ ਗਿਣਤੀ ਕਹਿੰਦੇ ਨੇ ਕਿ ਚੇਂਜ ਆਉਣੀ ਚਾਹੀਦੀ। ਨਹੀਂ, ਬਹੁਤ ਗਿਣਤੀ ਕਹਿੰਦੀ ਆ, ਫੀਲ ਕਰਦੇ ਆ। ਕੁਝ ਲੋਕ ਚੁੱਪ ਹੈਗੇ ਨੇ, ਜਿਹੜੇ ਸਾਹਮਣੇ ਨਹੀਂ ਆਉਂਦੇ, ਕਈ ਤਾਂ ਸਾਹਮਣੇ ਆ ਜਾਂਦੇ ਨੇ। ਦੇਖੋ ਜ਼ਰੂਰੀ ਨਹੀਂ ਹੈ ਮਨਦੀਪ ਵੀ ਸਾਰੇ ਬੋਲ ਸਕਦੇ ਹੋਣ, ਕਿਉਂਕਿ ਹਰ ਬੰਦੇ ਨੂੰ ਕਿਤੇ, ਕਿਉਂਕਿ ਜਿਹੜੇ ਟ੍ਰੈਡੀਸ਼ਨ ਪੋਲੀਟੀਸ਼ੀਅਨਸ ਹੈਗੇ ਆ, ਉਹਨਾਂ ਨੂੰ ਲੱਗਦਾ ਹੁੰਦਾ ਵੀ ਟਿਕਟ ਜੀ, ਦੂਜਾ ਜੀ, ਤੀਜਾ ਜੀ, ਠੀਕ ਹੈ ਨਾ? ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਹਟ ਜਾਣਾ ਚਾਹੀਦਾ। ਪਰ ਪ੍ਰੈਕਟੀਕਲ ਸੋਚੀਏ ਸਰ, ਜੇ ਮੰਨ ਲਓ ਪ੍ਰਧਾਨਗੀ ਵਾਲਾ ਵੀ ਲੋਲੀਪੌਪ ਆ, 2 ਕਾਰਜਕਾਰੀ ਪ੍ਰਧਾਨ ਲਾਈ ਜਾਂਦੇ। ਕਾਰਜਕਾਰੀ ਪ੍ਰਧਾਨ ਕੀ ਹੁੰਦੇ ਨੇ? ਪਹਿਲੀ ਵਾਰ ਸੁਣੇ ਨੇ। ਕੋਈ ਗੱਲ ਨਹੀਂ, ਫਿਰ ਜੇ ਲੱਗ ਵੀ ਜਾਣ ਤੇ ਵੱਧ ਕੰਮ ਕਰ ਸਕਦੇ ਜੇ ਕਰ ਲੈਣ ਤਾਂ। ਕੰਮ ਕਰਨਾ ਹੋਵੇ ਤਾਂ ਬੰਦੇ ਨੇ, ਦੇਖੋ ਕੰਮ ਕਰਨਾ ਹੋਵੇ ਤਾਂ ਕੋਈ ਰੌਲਾ ਨਹੀਂ। ਜੇ ਬੇਸਿਕਲੀ ਦੇਖੋ ਅਗੇਨ ਇਹ ਤਾਂ ਸਮਝਾਉਣ ਦੀ ਕੋਸ਼ਿਸ਼ ਹੈ ਨਾ, ਇੱਕ ਹਿੰਦੂ ਲਾਤਾ, ਇੱਕ ਦਲਿਤ ਲਾਤਾ। ਦੇਖੋ ਗੱਲ ਇਹ ਆ, ਮੈਨੂੰ ਐ ਲੱਗਦਾ ਦੁਨੀਆ ਪ੍ਰੋਫੈਸ਼ਨਲਿਜ਼ਮ ਨੂੰ ਜਾ ਰਹੀ ਆ, ਅਸੀਂ ਬੇਸਿਕਲੀ ਫੇਰ ਧਰਮ ਤੇ ਜਾਤਾਂ ਨੂੰ ਵੰਡੀ ਜਾ ਰਹੇ ਆ। ਪਰ ਪੁਰਾਣੇ ਪਰਿਵਾਰ ਇਹ ਕਹਿੰਦੇ ਆ ਕਿ ਅਸੀਂ ਨਹੀਂ ਐਕਸੈਪਟ ਕਰਾਂਗੇ। ਚਲੋ ਜੇ ਨਹੀਂ ਕਰਦੇ ਨਾ ਸਹੀ, ਫਿਰ ਨੁਕਸਾਨ ਤਾਂ ਪਾਰਟੀ ਨੂੰ ਹੋਊਗਾ ਉਹਦੇ ਵਿੱਚ। ਨਹੀਂ, ਫਿਰ ਕੀ ਕਰੀਏ? ਫਿਰ ਹੁਣ ਦੱਸੋ ਅਸੀਂ ਕੀ ਕਰੀਏ?
ਦੇਖੋ ਮੰਨ ਲਓ ਮੇਰੇ ਕੋਲ ਇੱਕ ਪਲੇਅਰ ਚੰਗਾ ਆ, ਜੇ ਮੈਨੂੰ ਲੱਗਦਾ ਵੀ ਮੈਨੂੰ ਉਹਨੂੰ ਪਾਉਣਾ ਚਾਹੀਦਾ, ਮੇਰੀ ਟੀਮ ਨੂੰ ਬੈਟਰ ਕਰ ਸਕਦਾ, ਤੇ ਫਿਰ ਵਾਈ ਨਾਟ। ਤੇ ਜੇ ਇੱਕ ਪਲੇਅਰ ਕਰਕੇ ਸਾਰੀ ਟੀਮ ਵਿਗੜ ਜੇ ਫਿਰ? ਨਹੀਂ, ਇੱਕ ਪਲੇਅਰ ਮੈਂ ਯਾਰ ਬੇਸਿਕਲੀ ਉਹਦੇ ਤਾਂ ਪਰਫਾਰਮ ਕਰਨ ਦੀ ਗੱਲ ਹੈਗੀ ਹੈ ਨਾ। ਜੇ ਉਹ ਮਾਨਸਿਕਤਾ ਹੋਊ ਟੀਮ ਨੇ ਹਾਰਨਾ ਹੀ ਆ ਤੇ ਫਿਰ ਹਾਰ ਜਾਵੇ। ਫਿਰ ਕੀ ਕਰਾਂਗੇ ਤੁਸੀਂ? ਫਿਰ ਕੀ ਕਰੋਗੇ? ਜਿਹੜੇ ਮੁੱਦੇ ਪਾਣੀ ਦੇ, ਬਿਜਲੀ ਦੇ, ਬੇਅਦਬੀ ਦਾ ਮਸਲਾ ਵੀ ਸਭ ਤੋਂ ਵੱਡਾ ਨਵਜੋਤ ਸਿੱਧੂ ਨੇ ਚੱਕਿਆ, ਤੁਸੀਂ ਚੱਕਿਆ, ਪ੍ਰਧਾਨਗੀ ਲੈ ਕੇ ਉਹ ਸ਼ਾਂਤ ਤਾਂ ਨਹੀਂ ਹੋ ਜਾਣਗੇ? ਨਾ ਬਿਲਕੁਲ ਨਹੀਂ। ਕੀ ਗਾਰੰਟੀ ਹੈ? ਯਾਰ ਦੇਖੋ ਮੈਂ ਤਾਂ ਹਮੇਸ਼ਾ ਲੜਦਾ ਹੀ ਰਿਹਾ। ਮੈਂ ਤਾਂ ਬੇਸਿਕਲੀ ਮੇਰੀ ਤਾਂ ਇਸ਼ੂਜ਼ ਦੀ ਲੜਾਈ ਆ। ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਕਰ ਦੇਵੇ ਤੇ ਉਹਨੂੰ ਲੀਡ ਕਰਾ ਲਓ, ਇਹ 'ਚ ਕੀ ਗੱਲ ਹੈ? ਤੋ ਤਾਂ ਲੱਗੇ ਹੋਏ ਐਸਆਈਟੀ ਪਹਿਲਾਂ ਵੀ ਬਣਾਈ ਸੀ, ਹੁਣ ਵੀ ਬਣਾਤੀ ਦੁਬਾਰਾ। ਯਾਰ ਦੇਖੋ ਤੈਨੂੰ ਵੀ ਪਤਾ ਐਸਆਈਟੀ ਦਾ, ਮੈਨੂੰ ਵੀ ਪਤਾ ਐਸਆਈਟੀ ਦਾ। ਫਿਰ ਕਿਉਂਕਿ ਜੇ ਤਾਂ ਫੜ ਕੇ ਇਦਾਂ ਬਾਹੋਂ ਫੜ ਕੇ ਤਾਂ ਜੇਲ੍ਹ 'ਚ ਭੇਜਣਾ ਨਹੀਂ। ਬਾਂਹ ਦੀ ਫੜ ਕੇ ਨਹੀਂ ਗੱਲ ਸਾਡੀ, ਬੇਸਿਕਲੀ ਸਾਡੀ ਨੀਅਤ ਜਿਹੜੀ ਆ ਕਿਤੇ ਨਾ ਕਿਤੇ ਉਹਦੇ ਤੇ ਸ਼ੱਕ ਹੈ। ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਹੋ ਸਕਦਾ ਯਾਰ। ਦੇਖੋ ਬਹੁਤ ਲੋਕੀ ਕਹਿੰਦੇ ਆ ਵੀ ਹਾਂ ਵੀ ਭਈ ਬਾਦਲਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ। ਮੈਂ ਕਹਿੰਦਾ ਵੀ ਲਾਅ ਆਫ ਦਾ ਲੈਂਡ ਪ੍ਰਵੇਲ ਕਰਨਾ ਚਾਹੀਦਾ, ਹੂਸੋਐਵਰ। ਉਹ ਤਾਂ ਖੁਦ ਕਹਿੰਦੇ ਆ, ਕਹਿੰਦੇ ਜਿੰਨਾ ਕੀਤੀ ਕਰਾਓ। ਦੋਸ਼ੀ ਜੇ ਤੁਸੀਂ ਕਹਿੰਦੇ ਆ ਕਿ ਉਹ ਆ, ਤੇ ਦੋਸ਼ੀ ਫਿਰ ਤੁਸੀਂ ਵੀ ਹੋ ਬਰਾਬਰ ਦੇ। 4.5 ਸਾਲ 'ਚ ਤੁਸੀਂ ਬੰਦੇ ਵੀ ਨਹੀਂ ਫੜੇ। ਮੈਂ ਤਾਂ ਕਹਿਣ ਡਿਆ ਵੀ ਦੇਖੋ ਜਿਹੜਾ ਸਾਡਾ ਹੋਮ ਮਿਨਿਸਟਰ ਹੈ, ਜੇ ਉਂਗਲੀਆਂ ਕਿਉਂ ਉੱਠੀਆਂ ਜਦੋਂ ਉਹਨੇ ਨਹੀਂ ਕੀਤਾ। ਮੈਂ ਕਹਿੰਦਾ ਵੀ ਜੋ ਵੀ ਐਕਚੁਅਲ ਹੈਗਾ ਉਹਨੂੰ ਬੇਸਿਕਲੀ ਕਟਹਿਰੇ 'ਚ ਲਿਆ ਕੇ ਖੜਾ ਕਰ ਦਿਓ, ਲੈਟ ਦਾ ਕੋਰਟ ਡਿਸਾਈਡ। ਕੈਪਟਨ ਅਮਰਿੰਦਰ ਸਿੰਘ ਇੰਨੇ ਕਿਉਂ ਬੇਵਫਾ ਹੋ ਗਏ? 2002 ਵਾਲਾ ਟਨਿਓਰ ਲੋਕਾਂ ਨੇ ਦੇਖ ਕੇ ਵੋਟਾਂ ਪਾਈਆਂ, ਕਲੀਨ ਸਵੀਪ ਕੀਤਾ। ਜੇ ਬੰਦਾ ਹੀ ਹੁਣ ਬੇਸਿਕਲੀ ਜੇ ਪਰਫਾਰਮ ਨਹੀਂ ਕਰਦਾ, ਕਿਉਂਕਿ ਪਲੇਅਰ ਦਾ ਪੁਰਾਣਾ ਰੈਪੂਟੇਸ਼ਨ ਤਾਂ ਹੁੰਦਾ, ਐਕਚੁਅਲੀ ਪੁਰਾਣਾ ਹੁੰਦਾ, ਤੇ ਬੰਦਾ ਤਾਂ ਹੀ ਬਾਰ-ਬਾਰ ਕਹਿੰਦਾ ਵੀ ਯਾਰ ਇਹਨੂੰ ਵਿੱਚ ਪਾ ਕੇ ਦੇਖੋ। ਤੁਹਾਨੂੰ ਵੀ 4.5 ਸਾਲ ਬਾਅਦ ਕਿਉਂ ਯਾਦ ਆਇਆ? ਨਹੀਂ 4.5 ਸਾਲ ਕਿਉਂ? ਨਵਜੋਤ ਸਿੱਧੂ 2 ਸਾਲ ਚੁੱਪ ਬੈਠੇ ਰਹੇ। ਯਾਰ ਨਵਜੋਤ ਸਿੱਧੂ ਦੀ ਗੱਲ ਮੰਦੀ ਮੇਰੇ ਨਾਲ ਨਾ ਕਰ, ਮੇਰੇ ਨਾਲ ਮੇਰੀ ਕਰ ਲਾ। ਮੈਂ ਬੇਸਿਕਲੀ ਪਹਿਲਾਂ ਅੰਦਰ ਵੜ ਕੇ ਕਹਿੰਦਾ ਰਿਹਾ, ਫਿਰ ਚਿੱਠੀਆਂ ਲਿਖ ਕੇ ਕਹਿੰਦਾ ਰਿਹਾ। ਹੁਣ ਕੀ ਜਾ ਕੇ ਮੈਂ ਪੱਥਰ ਮਾਰਿਆ ਵਾ ਕਿਸੇ ਦੇ? ਮੈਨੂੰ ਇਹ ਦੱਸ ਦਿਓ ਨਾ ਕਿ ਬੇਸਿਕਲੀ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਪਾਰਲੀਮੈਂਟੇਰੀਅਨ ਮਕੈਨਿਜ਼ਮ ਆ, ਉਹ ਤਾਂ ਇਹੀ ਹੈ ਨਾ ਕਿ ਪਹਿਲਾਂ ਤੁਸੀਂ ਆਪਣੇ ਚੀਫ ਮਿਨਿਸਟਰ ਨੂੰ ਜਾਂ ਆਪਣੇ ਪ੍ਰਧਾਨ ਨੂੰ ਕਮਰੇ 'ਚ ਬਹਿ ਕੇ ਕਹੋਗੇ ਵੀ ਸਰ ਆਪਾਂ ਇੱਦਾਂ ਕਰ ਲਈਏ, ਇੱਦਾਂ ਕਰ ਲਈਏ, ਇੱਦਾਂ ਕਰ ਲਈਏ। ਫਿਰ 2-4 ਮਹੀਨੇ ਦੇਖੋਗੇ, 6 ਮਹੀਨੇ ਦੇਖੋਗੇ। ਮੈਂ ਅੰਦਰ ਵੜ ਕੇ ਕਈ ਕੁਛ ਕਿਹਾ ਪਰ ਨਹੀਂ ਸੁਣਿਆ। ਫਿਰ ਮੈਂ ਚਿੱਠੀ ਕਿਉਂ ਲਿਖੀ ਕਿ ਯਾਰ ਇਹ ਕਮ ਸੇ ਕਮ ਮੈਂ ਇਹ ਤਾਂ ਕਹਿ ਸਕਾਂ ਵੀ ਹਾਂ ਬਈ ਆਹ ਚਿੱਠੀ ਲਿਖੀ ਆ, ਹੁਣ ਕਰੋ। ਅੱਛਾ, ਜਿੰਨਾ ਸਰ ਤੁਸੀਂ ਖੁੱਲ੍ਹ ਕੇ ਬੋਲੇ ਹੋ, ਨਵਜੋਤ ਸਿੱਧੂ ਦਾ ਤਾਂ ਚਲੋ ਠੀਕ ਆ, ਪ੍ਰਧਾਨਗੀ ਮਿਲ ਜਾਣੀ ਆ। ਤੁਹਾਡੀ ਇਹ ਸ਼ੰਕਾ ਹੈਗੀ ਆ ਸ਼ਾਇਦ ਤੁਹਾਨੂੰ ਕਿਤੇ ਪਾਰਟੀ 'ਚੋਂ ਲਾਂਭੇ ਨਾ ਕਰ ਦੇਣ? ਨਹੀਂ ਕੋਈ, ਫਿਰ ਕੀ ਹੋ ਗਿਆ ਯਾਰ? ਉਹ ਕਹਿਣਗੇ ਵੀ ਸੀਟ ਹੀ ਆ ਇੱਕ, ਕੋਈ ਗੱਲ ਨਹੀਂ। ਨਹੀਂ ਫਿਰ ਕੀ ਹੋਣਾ, ਮੈਨੂੰ ਇਹ ਵੀ ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਸੀਂ ਇਹ ਸੋਚ ਕੇ ਮੈਂ ਪੋਲਿਟਿਕਸ ਦੇ ਵਿੱਚ ਹੋਵਾਂ ਤੇ ਫਿਰ ਤਾਂ ਮੈਂ ਕੁਝ ਕਰਾਂ ਹੀ ਨਾ। ਫਿਰ ਤਾਂ ਇਹਦਾ ਮਤਲਬ ਜਿਹੜਾ ਲਾਈਨ 'ਚ ਲੱਗਿਆ ਹੈਗਾ, ਜੇ ਉਦਾਂ ਦੀ ਥਾਟ ਪ੍ਰੋਸੈਸ ਵਾਲਾ ਹੈਗਾ, ਫਿਰ ਤਾਂ ਇਹਦਾ ਮਤਲਬ ਤੁਹਾਡੇ ਕਹਿਣਾ ਵੀ ਇਹ ਹੋਇਆ ਨਾ ਵੀ ਪੋਲਿਟਿਕਸ 'ਚ ਜੋ ਹੋ ਰਿਹਾ ਉਹ ਠੀਕ ਹੋ ਰਿਹਾ, ਜੋ ਪੋਲੀਟੀਕਲ ਪਾਰਟੀਆਂ ਕਰ ਰਹੀਆਂ ਉਹ ਠੀਕ ਕਰ ਰਹੀਆਂ। ਕਿਉਂਕਿ ਜ਼ਿਆਦਾ ਬਹੁਤ ਗਿਣਤੀ ਤਾਂ ਉਧਰਲੇ ਪਾਸੇ ਆ। ਫਿਰ ਮੈਂ ਕਹਿੰਦਾ ਬਹੁਤ ਗਿਣਤੀ ਚੰਗੇ ਪਾਸੇ ਤੁਹਾਡੇ ਵਰਗੇ ਚਿਹਰੇ ਤਾਂ ਸਾਨੂੰ ਘੱਟ ਦੇਖਣ ਨੂੰ ਮਿਲਦੇ ਆ। ਫਿਰ ਮੈਂ ਕਹਿੰਦਾ ਰਵੇ। ਪਰ ਮੈਨੂੰ ਜੋ ਗੱਲ ਸਮਝ ਆਉਂਦੀ ਆ, ਹੋ ਸਕਦਾ ਮੇਰੇ ਨਾਲੋਂ ਬਹੁਤ ਜ਼ਿਆਦਾ ਸਿਆਣੇ ਹੋਣ, ਠੀਕ ਹੈ ਨਾ, ਬਟ ਜਿੰਨੀ ਗੱਲ ਮੈਨੂੰ ਸਮਝ ਆਉਂਦੀ ਆ, ਮੈਂ ਪਹਿਲਾਂ ਅੰਦਰ ਵੜ ਕੇ ਵੀ ਕਹੀ, ਫਿਰ ਲਿਖ ਕੇ ਵੀ ਕਹੀ। ਕਿਉਂਕਿ ਨਾਰਮਲੀ ਪੋਲੀਟੀਕਲ ਬੰਦੇ ਚਿੱਠੀਆਂ ਘੱਟ ਲਿਖਦੇ ਆ, ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਡਾਕੂਮੈਂਟ ਬਣ ਜਾਣਾ, ਕੱਲ ਨੂੰ ਜੇ ਮੁੱਕਰਨਾ ਪਿਆ ਤਾਂ ਮੁੱਕਰ ਜਾਵਾਂਗੇ, ਠੀਕ ਹੈ ਨਾ। ਮੈਂ ਉਹ ਕੰਮ ਨਹੀਂ ਕਰਦਾ। ਉਹ ਸਭ ਤੋਂ ਵੱਧ ਮੇਰੇ ਲਈ ਹੁੰਦਾ ਕਿ ਮੈਂ ਮੁੱਕਰਦਾ ਨਹੀਂ, ਤੇ ਨਾ ਮੈਂ ਮੁੱਕਰ ਸਕਦਾ ਹੀ ਹਾਂ। ਤੁਸੀਂ ਕੱਲ ਨੂੰ ਤਾਂ ਮੈਨੂੰ ਬੇਸਿਕਲੀ ਕਟਹਿਰੇ 'ਚ ਖੜਾ ਕਰ ਦਿਓਗੇ। ਅੱਛਾ, ਕਦੀ ਮੀਟਿੰਗ ਹੋਈ ਆਮ ਆਦਮੀ ਪਾਰਟੀ ਦੇ ਨਾਲ? ਨਹੀਂ, ਕਦੇ ਨਹੀਂ ਹੋਈ। ਕਦੇ ਨਹੀਂ ਹੋਈ? ਮੈਨੂੰ ਕਿਸੇ ਨੇ ਇਹ ਦੱਸਿਆ ਸੀ, ਉਹਨਾਂ ਦੇ ਸੀਨੀਅਰ ਲੀਡਰ ਨੇ, ਕਹਿੰਦੇ ਆ ਰਹੇ ਨੇ ਨਵੇਂ ਸ਼ਹਿਰ ਤੋਂ ਚੋਣ ਲੜਾਵਾਂਗੇ। ਇੱਦਾਂ ਦੀ ਕੋਈ ਗੱਲ ਹੈ ਨਹੀਂ। ਤੁਹਾਡੀ ਤਾਂ ਰਿਸ਼ਤੇਦਾਰੀ ਵੀ ਹੈਗੀ ਉੱਥੇ? ਚਲੋ ਰਿਸ਼ਤੇਦਾਰੀਆਂ ਬਹੁਤ ਹੈਗੀਆਂ। ਦੇਖੋ ਰਿਸ਼ਤੇਦਾਰੀਆਂ ਦੀ ਜਗ੍ਹਾ, ਪਰ ਪੰਜਾਬ ਸਾਰਾ ਹੀ ਰਿਸ਼ਤੇਦਾਰੀ ਆ। ਕਦੀ ਸੰਭਾਵਨਾ 2022 ਦੇ ਵਿੱਚ ਲੱਗਦੀ ਹੈ? ਮੈਂ ਤਾਂ ਕਿਹਾ ਵੀ ਕੱਲ ਦਾ ਨਹੀਂ ਪਤਾ, ਕਿਉਂਕਿ ਜੇ ਬੰਦੇ ਨੂੰ ਇਹ ਪਤਾ ਹੋਵੇ ਵੀ ਕੱਲ ਨੂੰ ਕੀ ਹੋਣਾ, ਸਿਰਫ ਵਿਜ਼ੂਅਲਾਈਜ਼ ਕੀਤਾ ਜਾ ਸਕਦਾ, ਬਟ ਇਹ ਨਹੀਂ ਕਿਹਾ ਜਾ ਸਕਦਾ ਵੀ ਇਹਦੀ ਡੈਸਟਨੀ ਕੀ ਹੈਗੀ। ਜੋ ਅੱਜ ਫਾਈਟ ਕਰ ਸਕਦੇ ਹੋ ਅੱਜ ਫਾਈਟ ਕਰੋ, ਕਿਉਂਕਿ ਜਿਹੜਾ ਵਰਤਮਾਨ ਸਮਾਂ ਹੁੰਦਾ ਉਹ ਸਭ ਤੋਂ ਪਾਵਰਫੁਲ ਸਮਾਂ ਹੁੰਦਾ, ਉਹਦੇ 'ਚ ਹੀ ਕੁਝ ਕੀਤਾ ਜਾ ਸਕਦਾ। ਫਿਊਚਰ ਲਈ ਵਿਜ਼ੂਅਲਾਈਜ਼ ਕਰ ਸਕਦੇ ਆ, ਪੁਰਾਣੇ ਸਮੇਂ ਤੋਂ ਸਿੱਖ ਸਕਦੇ ਆ, ਪਰ ਕਰਨਾ ਵਰਤਮਾਨ ਸਮੇਂ 'ਚ ਹੁੰਦਾ। ਜੋ ਮੇਰੇ ਸਰਕਮਸਟੈਂਸਸ ਆ, ਜੋ ਮੈਂ ਉਹਦੇ 'ਚ ਬੈਸਟ ਕਰ ਸਕਦਾ ਉਹ ਕਰ ਰਿਹਾ।
ਅਜੇ ਤੱਕ ਇੱਦੋਂ ਕਾਂਗਰਸ ਵੱਧ ਹੀ ਹੈ, ਨਹੀਂ। ਅਜੇ ਤੱਕ ਤਾਂ ਉਹਦੇ ਕਾਂਗਰਸ, ਤੋਂ ਵੱਧ ਮੈਂ ਕਰ ਨਹੀਂ ਸਕਦਾ। ਅਜੇ ਤੱਕ ਤਾਂ ਕਾਂਗਰਸ ਦਾ ਹੀ ਰਹਿਦਾ। ਨਹੀਂ, ਕੋਈ ਇਸ਼ੂ ਨਹੀਂ ਹੈਗਾ, ਇਸ਼ੂ ਨਹੀਂ ਹੈਗਾ, ਇਹ ਟੀਮ ਹੈ। ਟਿਕਟ ਮੰਗੋਗੇ ਕਿ ਜੇ ਦੇਤੀ ਠੀਕ ਹੈ, ਨਹੀਂ, ਜੇ ਦੇਤੀ ਠੀਕ ਹੈ, ਨਹੀਂ ਤਾਂ ਠੀਕ ਹੈ। ਆਪ ਨਹੀਂ ਮੰਗੋਗੇ? ਨਹੀਂ, ਸਮਝੇ ਨਹੀਂ ਯਾਰ, ਜੇ ਹੁਣ ਟਿਕਟਾਂ ਹੀ ਹਜੇ ਵੀ ਜੇ 2 ਵਾਰੀ ਬਣ ਲਿਆ, ਸਾਰਾ ਕੁਝ ਦੇਖ ਵੀ ਰਹੇ ਆ, ਕਰ ਵੀ ਰਹੇ ਆ, ਅੱਛਾ ਜੇ ਫਿਰ ਵੀ ਨਹੀਂ ਕੋਈ ਸਮਝਦਾ ਤੇ ਥੈਂਕ ਯੂ ਵੈਰੀ ਮੱਚ। ਆ ਬੱਚੇ ਦੇਖ ਕਿੰਨੇ, ਮੈਂ ਤਾਂ ਇਹਨਾਂ ਬੱਚਿਆਂ 'ਚ ਜਿੰਨਾ ਇੰਜੋਏ ਕਰਦਾ, ਅੱਛਾ ਗੋਲਫ ਗੂਲ ਖੇਡਿਆ ਕਰੂੰਗਾ, ਨਿਆਣਿਆਂ ਨਾਲ ਰਿਹਾ ਕਰੂੰਗਾ, ਉਹਦੇ 'ਚ ਕੀ ਪ੍ਰੋਬਲਮ ਹੈ? ਬਹੁਤੇ ਬੰਦਿਆਂ ਕੋ ਤਾਂ ਮਨਦੀਪ ਕੰਮ ਨਹੀਂ ਹੁੰਦਾ। ਅੱਛਾ ਮੇਰੇ ਕੋ ਕੰਮ ਇੰਨਾ ਹੁੰਦਾ ਵੀ ਜਿਹੜਾ ਰਹੇ ਰੱਬ ਦਾ ਨਾ, ਮੈਨੂੰ ਇਹ ਪ੍ਰੋਬਲਮ ਨਹੀਂ ਹੈਗੀ। ਬੰਦੇ ਨੂੰ ਐ ਲੱਗਦਾ ਵੀ ਜੇ ਜਦ ਮੈਂ ਪੋਲਿਟਿਕਸ ਛੱਡਤੀ ਤਾਂ ਫਿਰ ਮੈਂ ਕੀ ਕਰੂੰਗਾ। ਯਾਰ ਆ ਬੱਚੇ ਨਹੀਂ ਹੈ, ਮੇਰੇ ਪਿੰਡ ਦੇ ਬੱਚੇ ਹੈਗੇ ਆ, ਜੇ ਪੰਜਾਬ ਦੇ ਬੱਚੇ ਹੈਗੇ ਆ, ਜਿੱਥੇ ਜਿੱਥੇ ਮੈਂ ਜਿੰਨੀ ਕੁ ਮੇਰੀ ਕਪੈਸਿਟੀ ਹੈਗੀ ਆ ਉਹਨਾਂ ਕਰੀ ਚੱਲੂੰਗਾ। ਐਡੀ ਕੀ ਗੱਲ ਹੈ? ਫਿਰ ਬੈਂਦੇ ਨਹੀਂ, ਘਰੇ ਨਹੀਂ ਬੈਂਦੇ, ਜੇ ਉਧਰੋਂ ਛੁੱਟੀ ਹੋ ਜੂ ਤਾਂ ਫਿਰ ਇੱਧਰ ਨਹੀਂ, ਫਿਰ ਸਮਝੇ ਨਹੀਂ, ਫਿਰ ਗੋਲਫ ਗੂਲ ਖੇਡਿਆ ਕਰੂੰਗਾ ਯਾਰ, ਆਪਣੀ ਲਾਈਫ ਇੰਜੋਏ ਕਰੋ, ਇੰਜੋਏ ਕਰੂੰ ਡੈਫੀਨੇਟਲੀ। ਆਖਰੀ ਸਵਾਲ ਮੈਂ ਹਰ ਵਾਰੀ ਤੁਹਾਨੂੰ ਪੁੱਛਦਾ ਹੁੰਦਾ ਕਿ ਹੁਣ ਤਾਂ 4.5 ਸਾਲ ਹੋ ਗਏ, ਪਹਿਲਾਂ 3 ਸਾਲ ਤੇ 4 ਸਾਲ ਆਪਾਂ ਇੰਟਰਵਿਊ ਕਰਦੇ ਰਹਿੰਦੇ ਆ, ਕਿੰਨੇ ਕ ਨੰਬਰ ਦਿੰਦੇ ਹੋ? ਵੀ ਯਾਰ ਮੈਂ ਨੰਬਰ ਨਹੀਂ ਦੇ ਸਕਦਾ, ਨੰਬਰ ਤੁਸੀਂ, ਕਿਉਂਕਿ ਨੰਬਰਾਂ ਵਾਲੇ ਤੁਸੀਂ ਆ। ਨਹੀਂ ਦਿਓ ਫਿਰ ਵੀ ਤੁਸੀਂ, ਨਹੀਂ, ਐਜ਼ ਅ ਦਰਸ਼ਕ ਦੇ ਦਿਓ। ਨਹੀਂ, ਦੇਖੋ ਨੰਬਰਾਂ ਦੀ ਜਿਹੜੀ ਗੱਲ ਹੈ ਮਨਦੀਪ, ਉਹ ਬੇਸਿਕਲੀ ਤੁਸੀਂ ਦੇਣੇ ਆ। ਜਦੋਂ ਤੁਹਾਡੀ ਆਹ ਇੰਟਰਵਿਊ ਚੱਲੀ, ਲੋਕਾਂ ਨੇ ਦੇਣੇ ਆ, ਠੀਕ ਹੈ ਨਾ। ਲੋਕ ਕੀ ਸੋਚਦੇ, ਲੋਕਾਂ ਦੀ ਮੰਨੋ ਨਾ, ਫਿਰ ਲੋਕ ਤਾਂ ਕਹਿੰਦੇ ਆ ਵੀ ਸਿੱਧੂ ਨੂੰ ਸੀਐਮ ਬਣਾ ਦਿਓ, ਤੁਹਾਨੂੰ ਇੱਕ ਅਹੁਦਾ ਚੰਗਾ ਦੇ ਦਿਓ, ਖੇਡ ਵਧੀਆ ਹੋਵੇ ਸਾਡੇ ਦੇ। ਆ ਤੁਹਾਡੇ ਪਿੰਡ ਦਾ ਗਰਾਊਂਡ ਆ, ਮੈਨੂੰ ਦੇਖ ਕੇ ਬੜਾ ਹੀ ਖੁਸ਼ ਹੋਇਆ ਮੈਂ ਕਿ ਐਡੀ ਸ਼ਾਨਦਾਰ ਗਰਾਊਂਡ ਤੁਸੀਂ ਬਣਾਈ ਹੈ। ਅਸੀਂ ਤਾਂ ਛੋਟੇ ਜਿਹੇ ਕੀ ਕਹਿੰਦੇ ਆ, ਇੱਕ ਉਪਰਾਲਾ ਹੈਗਾ, ਕਿਉਂਕਿ ਜਿੱਥੇ ਜਿੱਥੇ ਮੈਂ ਜਾਂਦਾ, ਮੈਂ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਵੀ YFC ਰੁੜਕਾ ਕਲਾਂ, ਉਹਦੀ ਸ਼ੁਰੂਆਤ ਸੋਨੀ ਨਾਲ ਰਲ ਕੇ ਕਰਵਾਈ। ਸਾਡੇ 5-7 ਪਿੰਡ ਹੈਗੇ ਆ, ਜਿਨ੍ਹਾਂ ਪਿੰਡਾਂ ਦੇ ਵਿੱਚ ਬੇਸਿਕਲੀ ਲੋਕਾਂ ਨੂੰ ਸ਼ੌਂਕ ਆ। ਦੇਖੋ ਇਹ ਲੋਕਲ ਸ਼ੌਂਕ ਤੋਂ ਬਿਨਾਂ ਨਹੀਂ ਤੁਰਿਆ ਜਾ ਸਕਦਾ। ਸਾਡਾ ਭੋਡੇ ਸਪਰਾਏ ਪਿੰਡ ਆ, ਫੁੱਟਬਾਲ ਦੀ ਫਸਟ ਕਲਾਸ ਅਕੈਡਮੀ ਆ, ਛੋਟੇ ਛੋਟੇ ਇੱਦਾਂ ਹੀ ਬੱਚੇ, ਮੈਂ ਕਦੀ ਕਦੀ ਉਹਨਾਂ 'ਚ ਜਾਂਦਾ ਹੁੰਦਾ। ਫਿਰ ਜਮਸ਼ੇਰ ਖੇੜਾ ਆ, ਫਿਰ ਇਸੇ ਤਰ੍ਹਾਂ ਹੀ ਸਮਰਾਏ ਆ, ਜੰਡਿਆਲਾ ਆ। ਸੋ ਇਹ ਕੋਸ਼ਿਸ਼ ਹੈਗੀ ਆ ਵੀ ਇਹ ਜਿਹੜੀ ਪਨੀਰੀ ਆ, ਇਹਨੂੰ ਚੰਗੇ ਪਾਸੇ ਨੂੰ, ਕਿਉਂਕਿ ਐਂਡ ਆਫ ਦਾ ਡੇ ਇਹ ਜੇ ਚੰਗੀ ਸੋਚ ਨਾਲ ਜੁੜ ਜਾਣਗੇ, ਜੇ ਚੰਗੇ ਇਨਸਾਨ ਬਣ ਜਾਣਗੇ, ਇਹ ਗਾਂ ਜਦੋਂ ਜੋ ਵੀ ਬਣਨਗੇ, ਹੁਣ ਮਨਪ੍ਰੀਤ ਹੋਣੀ ਆ, ਜੋ ਵੀ ਬਣਨਗੇ, ਮੈਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਇਨਸਾਨੀਅਤ ਰਹੂਗੀ। ਠੀਕ ਹੈ, ਧੰਨਵਾਦ ਸਮਾਂ ਦੇਣ ਲਈ, ਬਹੁਤ ਵਧੀਆ ਲੱਗਿਆ ਸਰ ਗੱਲਬਾਤ ਕਰਕੇ, ਖੁੱਲ੍ਹ ਕੇ ਗੱਲਾਂ ਕੀਤੀਆਂ ਨੇ ਅੱਜ। ਤਾਂ ਕਹਿੰਦੇ ਨੇ ਕਿ ਪਾਣੀ ਵਗਦੇ ਰਹਿਣ ਤਾਂ ਚੰਗੀ ਗੱਲ ਹੈ, ਕੱਲ੍ਹ ਦਾ ਕੁਛ ਨਹੀਂ ਪਤਾ। ਗੱਲਾਂ ਗੋਲ-ਮੋਲ ਹਮੇਸ਼ਾ ਦੀ ਤਰ੍ਹਾਂ ਕੀਤੀਆਂ ਨੇ, ਫਾਰਵਰਡ ਜਿੱਦਾਂ ਖੇਡਦੇ ਰਹੇ ਆ, ਉਸ ਤਰੀਕੇ ਨਾਲ ਮੀਡੀਆ ਦੇ ਵਿੱਚ ਕਈ ਵਾਰੀ ਇਹ ਸੇਫ ਜ਼ੋਨ ਦੇ ਵਿੱਚ ਖੇਡਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਪ੍ਰਗਟ ਸਿੰਘ ਹੋਣੀ, ਪਰ ਫਿਰ ਵੀ ਵਧੀਆ ਲੱਗਾ। ਅਤੇ ਜਿਸ ਤਰੀਕੇ ਨਾਲ ਇਹਨਾਂ ਦੀ ਰੂਟੀਨ ਰਹਿੰਦੀ ਆ, ਜਿਸ ਤਰੀਕੇ ਨਾਲ ਇਹਨਾਂ ਨੇ ਸਿਆਸਤ ਦੇ ਵਿੱਚ ਭੁਚਾਲ ਲਿਆਂਦਾ ਹੋਇਆ ਹੈ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਉਹ ਭੁਚਾਲ ਕਿੱਧਰ ਨੂੰ ਥੰਮਦਾ ਹੈ। ਕੈਮਰਾਮੈਨ ਮਨੀਸ਼ ਅਤੇ ਵਿੱਕੀ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।